ਸਤਿ ਸ੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਤੁਹਾਡਾ ਸਾਡੇ ਪੋਡਕਾਸਟ ਸੀਰੀਜ਼ ਦੇ ਪਹਿਲੇ ਪੋਡਕਾਸਟ ਦੇ ਵਿੱਚ। ਅਸੀਂ ਇਹ ਜਿਹੜੀ ਪੋਡਕਾਸਟ ਸੀਰੀਜ਼ ਹੈ ਸ਼ੁਰੂ ਕੀਤੀ ਹੈ ਹਿੰਦੁਸਤਾਨ, ਖਾਸ ਤੌਰ 'ਤੇ ਪੰਜਾਬ ਅਤੇ ਕੈਨੇਡਾ ਜਿਹਨੂੰ ਕਹਿੰਦੇ ਨੇ ਅੰਗਰੇਜ਼ੀ 'ਚ, ਇਹਨਾਂ ਦੋਨਾਂ ਧਰਤੀਆਂ ਦੇ ਉੱਤੇ ਮਿਲਣ ਵਾਲੇ ਜੀਵ ਜੰਤੂ, ਜੰਗਲ, ਖੇਤੀਬਾੜੀ, ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਕੀ ਸਿਮਿਲੈਰਿਟੀਜ਼ ਜਾਂ ਇਹਨਾਂ ਦਾ ਕੀ ਕੰਪੈਰੀਜ਼ਨ ਕੀਤਾ ਜਾ ਸਕਦਾ। ਜਿਵੇਂ ਅਸੀਂ ਜਾਣਦੇ ਹਾਂ ਪੂਰੀ ਦੁਨੀਆ ਉੱਤੇ ਕੁਦਰਤੀ ਸੋਮਿਆਂ ਦਾ ਘਾਣ ਬਹੁਤ ਤੇਜ਼ੀ ਨਾਲ ਕੀਤਾ ਜਾ ਰਿਹਾ ਅਤੇ ਮਨੁੱਖ ਜਿਹੜੇ ਨੇ ਉਹ ਆਪਦੇ ਆਪ ਨੂੰ ਸੁਪੀਰੀਅਰ ਬੀਇੰਗ ਸਮਝ ਕੇ ਇਹਨਾਂ ਸਰੋਤਾਂ ਨੂੰ ਖਤਮ ਕਰੀ ਜਾ ਰਹੇ ਨੇ। ਅਤੇ ਅਸੀਂ ਇਹ ਸੀਰੀਜ਼ ਸ਼ੁਰੂ ਕੀਤੀ ਹੈ ਤਾਂ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਪੈਦਾ ਹੋ ਸਕੇ ਕਿ ਇਹ ਸੋਮਿਆਂ ਨੂੰ, ਇਹਨਾਂ ਜੰਗਲਾਂ ਨੂੰ, ਕੁਦਰਤੀ ਵਾਤਾਵਰਨ ਨੂੰ ਕਿਵੇਂ ਬਚਾਇਆ ਜਾ ਸਕਦਾ। ਅਤੇ ਸਾਡੇ ਨਾਲ ਜਿਹੜੇ ਇਸ ਪੋਡਕਾਸਟ ਦੇ ਭਾਗੀਦਾਰੀ ਹੋਣਗੇ ਉਹ ਨੇ ਜੀ ਲੋਸਟ ਬ੍ਰਿਜ ਪਿਕਚਰ YouTube ਚੈਨਲ ਹੈ ਜੀ। ਯਾਦਵਿੰਦਰ ਸਿੰਘ ਮਠਾਰੂ ਰਨ ਕਰਦੇ ਨੇ ਉਹਨੂੰ, ਅਤੇ ਯਾਦਵਿੰਦਰ ਸਿੰਘ ਮਠਾਰੂ ਸਾਡੇ ਨਾਲ ਨੇ। ਯਾਦਵਿੰਦਰ ਸਿੰਘ ਮਠਾਰੂ ਮੇਰੇ ਬਹੁਤ ਅਜ਼ੀਜ਼ ਮਿੱਤਰ ਨੇ ਅਤੇ ਸਾਡਾ ਜਿਹੜਾ ਆਪਣਾ ਸੁਹਾਰਦ ਹੈ ਉਹ ਘੱਟੋ ਘੱਟ 10 ਸਾਲ ਹੋ ਗਏ, ਸ਼ਾਇਦ 10 ਸਾਲ ਜਾਂ 12 ਸਾਲ ਤੋਂ ਅਸੀਂ ਇੱਕ ਦੂਜੇ ਨਾਲ ਸਾਡਾ ਵਾਹ ਵਾਸਤਾ ਪੈਂਦਾ ਆ ਰਿਹਾ। ਅਤੇ ਮੈਂ ਯਾਦਵਿੰਦਰ ਸਿੰਘ ਮਠਾਰੂ ਬਾਰੇ ਜਿੰਨੀਆਂ ਤਾਰੀਫਾਂ ਕਰਾਂ ਘੱਟ ਨੇ। ਮੈਂ ਚਾਹੁੰਦਾ ਕਿ ਯਾਦਵਿੰਦਰ ਆਪ ਆਪਣੇ ਬਾਰੇ ਦੱਸੋ। ਅਤੇ ਯਾਦਵਿੰਦਰ, ਧੰਨਵਾਦ ਬਾਈ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ ਹੋ। ਅਤੇ ਪਹਿਲਾਂ ਤਾਂ ਦੱਸਦੇ ਹਾਂ ਕਿ ਯਾਦਵਿੰਦਰ ਸਿੰਘ ਮਠਾਰੂ ਹੈ ਕੌਣ ਨੇ। ਸਭ ਤੋਂ ਪਹਿਲਾਂ ਤਾਂ ਥੈਂਕ ਯੂ ਬਾਈ ਤੁਹਾਡਾ, ਇਹ ਤੁਸੀਂ ਹੰਬਲਾ ਮਾਰਿਆ ਕਿ ਆਪਾਂ ਇਕੱਠੇ ਹੋ ਕੇ ਕੁਛ ਕਰੀਏ ਆਪਣੇ ਇਨਵਾਇਰਮੈਂਟ ਦੇ ਲਈ, ਕਿਉਂਕਿ ਆਪਣੀ ਜਿਹੜੀ ਬੈਕਗਰਾਊਂਡ ਆ ਦੋਨਾਂ ਦੀ ਇਨਵਾਇਰਮੈਂਟ ਹੀ ਹੈ। ਤੁਸੀਂ ਵੀ ਮਾਸਟਰਸ ਹੋ, ਮੈਂ ਵੀ ਮਾਸਟਰਸ ਹਾਂ। ਬਿਲਕੁਲ ਜੀ, ਬਿਲਕੁਲ। ਅਤੇ ਅਸੀਂ ਪਹਿਲੀ ਵਾਰੀ ਮਿਲੇ ਸੀ PAU ਦੇ ਵਿੱਚ ਹੀ ਮਿਲੇ ਸੀ, ਅਰਾਊਂਡ 2010 ਦੇ ਵਿੱਚ ਮਿਲੇ ਸੀ। ਬਿਲਕੁਲ। ਅਤੇ ਫੇਸਬੁੱਕ ਦੇ ਥਰੂ ਸਾਡੀ ਦੋਸਤੀ ਹੋਈ ਅਤੇ ਵਾਈਲਡ ਲਾਈਫ ਦੇ ਨਾਲ ਪਿਆਰ ਸੀ ਅਤੇ ਅਸੀਂ ਇਕੱਠੇ ਹੋਏ। ਅਤੇ ਉਸ ਤੋਂ ਬਾਅਦ ਸਾਡੀ ਦੋਸਤੀ ਨੂੰ ਅਰਾਊਂਡ 13 ਸਾਲ ਹੋ ਚੁੱਕੇ ਨੇ। ਅਤੇ ਤਾਂ ਅਸੀਂ 13 ਸਾਲ ਬਾਅਦ ਅਸੀਂ ਫਿਰ ਇਕੱਠੇ ਹੋਏ ਕਿ ਕੋਈ ਪ੍ਰੋਜੈਕਟ ਕੀਤਾ ਜਾਵੇ। ਬਿਲਕੁਲ। ਅਤੇ ਮੈਂ ਆਪਣੇ ਬਾਰੇ ਦੱਸਾਂ ਕਿ ਵਾਈਲਡ ਲਾਈਫ ਦਾ ਬਚਪਨ ਤੋਂ ਹੀ ਸ਼ੌਂਕ ਹੈਗਾ ਸੀ। ਹਾਂਜੀ। ਡਿਸਕਵਰੀ ਚੈਨਲ ਦੇਖਦੇ ਹਾਂ ਵਗੈਰਾ ਵਗੈਰਾ, ਅਤੇ ਤਾਂ ਹੁੰਦਾ ਸੀ ਕੁਛ ਨਾ ਕੁਛ ਕੀਤਾ ਜਾਵੇ। ਫਿਰ ਹੌਲੀ ਹੌਲੀ ਫੋਟੋਗ੍ਰਾਫੀ ਸਟਾਰਟ ਕੀਤੀ ਵਾਈਲਡ ਲਾਈਫ ਦੇ ਰਿਲੇਟਡ। ਓਕੇ। ਅਤੇ ਦੈਨ BSc ਬਾਇਓਟੈਕ PAU ਤੋਂ ਕੀਤੀ। ਤੁਹਾਡਾ ਜਿਹੜਾ ਸਕੂਲੀ ਪਿਛੋਕੜ ਹੈ, ਸੌਰੀ ਤਾਂ ਮੈਂ ਰੋਕ ਲਿਆ ਵਿੱਚ, ਅਤੇ ਤੁਹਾਡਾ ਜ਼ਿਲ੍ਹਾ ਕਿਹੜਾ ਪੈਂਦਾ ਪੰਜਾਬ ਦੇ ਵਿੱਚ? ਮੇਰਾ ਜ਼ਿਲ੍ਹਾ ਹੈਗਾ ਜੀ ਸੰਗਰੂਰ। ਸਾਡਾ ਨਹੀਂ ਕਸੂਰ, ਸਾਡਾ ਜ਼ਿਲ੍ਹਾ ਸੰਗਰੂਰ। ਬਿਲਕੁਲ ਬਿਲਕੁਲ ਜੀ। ਅਤੇ ਸੰਗਰੂਰ ਜ਼ਿਲ੍ਹੇ ਤੋਂ ਛੋਟਾ ਜਿਹਾ ਪਿੰਡ ਹੈ ਲਿੱਦੜਾ। ਬਿਲਕੁਲ ਜੀ। ਅਤੇ ਸੰਗਰੂਰ ਬਰਨਾਲਾ ਰੋਡ ਦੇ ਉੱਪਰ ਪੈਂਦਾ। ਅਤੇ ਲਿੱਦੜਾ ਜੀ ਪ੍ਰਗਟ ਸਿੰਘ ਜੀ ਹੋਣ ਵਾਲਾ ਜਿਹੜਾ ਮਸ਼ਹੂਰ ਪਿੰਡ ਹੈ, ਪਿੰਡ ਲਿੱਦੜਾ ਦਾ ਪ੍ਰਗਟ ਸਿੰਘ, ਮਰਹੂਮ ਪ੍ਰਗਟ ਸਿੰਘ ਜੀ ਸਾਡੇ ਵਿੱਚ ਹੈ ਨਹੀਂ ਉਹ। ਬਿਲਕੁਲ ਜੀ। ਅਤੇ ਉੱਥੇ ਨੇੜੇ ਆ ਮਸਤਾਨਾ ਸਾਹਿਬ, ਉੱਥੋਂ ਹੀ ਮੇਰੀ ਸਕੂਲਿੰਗ ਹੈ। ਅਤੇ ਸੰਤ ਬਾਬਾ ਅਤਰ ਸਿੰਘ ਜੀ ਦੀ ਅਕੈਡਮੀ ਬਣਾਈ ਹੋਈ ਹੈ। ਓਕੇ ਜੀ। ਅਤੇ ਦੈਨ 2008 ਦੇ ਵਿੱਚ ਮੈਂ ਸਕੂਲਿੰਗ ਕੰਪਲੀਟ ਕਰਨ ਤੋਂ ਬਾਅਦ PAU ਦੇ ਵਿੱਚ ਆ ਗਿਆ ਸੀ। PAU 'ਚ 4 ਸਾਲ BSc ਬਾਇਓਟੈਕ ਕੀਤੀ ਅਤੇ ਉਸ ਤੋਂ ਬਾਅਦ MSc ਐਨੀਮਲ ਬਾਇਓਟੈਕ ਦੇ ਵਿੱਚ ਐਡਮਿਸ਼ਨ ਲਈ ਗੜਵਾਸੂ ਦੇ ਵਿੱਚ। ਬਿਲਕੁਲ ਜੀ। ਅਤੇ ਬਟ ਮੇਰਾ ਇੰਟਰਸਟ ਸੀ ਕਿ ਮੈਂ ਇਨਵਾਇਰਮੈਂਟ ਦੇ ਲਈ ਕੁਛ ਕਰਾਂ, ਸੋ ਮੈਂ ਉਹ ਸਵਿਚ ਕਰਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚਲਾ ਗਿਆ। ਓਕੇ। ਦੈਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ MSc ਇਨਵਾਇਰਮੈਂਟ ਸਾਇੰਸ ਕੀਤੀ, ਜਿਹਦੇ ਵਿੱਚ ਮੈਂ ਜਿਹੜਾ ਮੇਰਾ ਥੀਸਿਸ ਪ੍ਰੋਜੈਕਟ ਸੀ ਉਹ ਵੀ ਬਰਡਸ ਦੇ ਉੱਪਰ ਸੀ, ਸਪੈਸ਼ਲੀ ਜਿਹੜੇ ਆਪਣੇ ਐਕੁਐਟਿਕ ਜਾਂ ਮਤਲਬ ਵਾਟਰ ਬੋਡੀਜ਼ ਦੇ ਅਰਾਊਂਡ ਜ਼ਿਆਦਾ ਘੁੰਮਦੇ ਨੇ, ਉਹਨਾਂ ਦੇ ਰਿਲੇਟਡ ਮੇਰਾ ਕੰਮ ਸੀ। ਓਕੇ। ਦੈਨ ਉਸ ਤੋਂ ਬਾਅਦ ਕਾਫੀ ਮਤਲਬ ਵਾਈਲਡ ਲਾਈਫ ਰਿਲੇਟਡ ਕੰਮ ਕਰਦੇ ਰਹੇ ਆਪਣੇ ਲੈਵਲ 'ਤੇ, ਆਪਣੀ ਕੰਪਨੀ ਦੇ ਲਈ, ਲੋਸਟ ਬ੍ਰਿਜ ਪਿਕਚਰ ਲਈ। ਅਤੇ ਦੈਨ 2018 ਦੇ ਵਿੱਚ ਮੈਂ ਕੈਨੇਡਾ ਚਲਾ ਗਿਆ। ਉੱਥੇ ਮੇਰੀ ਸਟੱਡੀ ਸੀ, ਮਾਸਟਰਸ ਸੀ ਐਨਰਜੀ ਮੈਨੇਜਮੈਂਟ ਦੇ ਵਿੱਚ। ਤੁਸੀਂ ਕਿਹੜੇ ਮਹੀਨੇ ਜਾਂ ਕਿਹੜੇ ਸੈਸ਼ਨ 'ਚ ਤੁਸੀਂ ਕੈਨੇਡਾ ਗਏ? ਜਨਵਰੀ, ਆਪਾਂ ਉੱਥੇ ਕਹਿੰਦੇ ਹਾਂ ਫਾਲ ਦੇ ਵਿੱਚ ਗਿਆ। ਫਾਲ, ਜਨਵਰੀ ਇਨਟੇਕ ਜਿਹਨੂੰ ਕਹਿੰਦੇ ਨੇ। ਜਨਵਰੀ ਇਨਟੇਕ। ਠੀਕ ਹੈ। ਅਤੇ ਦੈਨ ਉਸ ਤੋਂ ਬਾਅਦ ਉੱਥੇ ਮੈਂ ਮਾਸਟਰਸ ਕੀਤੀ। ਠੀਕ ਹੈ ਜੀ। ਅਤੇ ਜਿਵੇਂ ਪੰਜਾਬ 'ਚ ਤੁਹਾਡਾ ਬਹੁਤ ਐਕਸਪੀਰੀਅੰਸ ਆ ਕੰਮ ਕਰਨ ਦਾ, ਤੁਸੀਂ ਇੱਥੋਂ ਦੀਆਂ ਮੰਨੀਆਂ ਹੋਈਆਂ ਯੂਨੀਵਰਸਿਟੀਆਂ, ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਹੋ ਗਈ, ਏਸ਼ੀਆ ਦੀ ਨੰਬਰ 1 PAU ਜਿਹਨੂੰ ਕਹਿੰਦੇ ਨੇ, ਗੁਰੂ ਅੰਗਦ ਦੇਵ ਵੈਟਨਰੀ ਸਾਇੰਸ ਯੂਨੀਵਰਸਿਟੀ, ਤੁਸੀਂ ਇੱਥੇ ਵੀ ਪੜ੍ਹੇ ਹੋ, ਤੁਹਾਨੂੰ ਐਕਸਪੀਰੀਅੰਸ ਹੈਗਾ। ਉੱਥੇ ਜਾ ਕੇ ਤੁਸੀਂ ਵਧੀਆ ਕਾਲਜ 'ਚ ਉੱਥੋਂ ਵੀ ਡਿਗਰੀ ਕੀਤੀ ਹੈ ਆਪਦੀ ਮਾਸਟਰਸ, ਯਾਨੀ ਕਿ ਤੁਹਾਡੇ ਕੋਲ ਹੁਣ 3 ਮਾਸਟਰਸ ਨੇ, 2.5 ਕਹਿ ਲਈਏ। ਠੀਕ ਹੈ। ਅਤੇ 2.5 ਮਾਸਟਰ ਕਰਨ ਤੋਂ ਬਾਅਦ ਬੰਦਾ ਇੰਨਾ ਕੁ ਸਿਆਣਾ ਤਾਂ ਮੈਨੂੰ ਲੱਗਦਾ ਹੋ ਜਾਂਦਾ ਹੈ ਕਿ ਤੁਸੀਂ ਚੀਜ਼ਾਂ ਨੂੰ ਕੰਪੇਅਰ ਕਰ ਲੈਂਦੇ ਹੋ, ਦਾਰਸ਼ਨਿਕ ਹੋ ਜਾਂਦੇ ਹੋ ਇੰਨੇ ਕੁ ਜ਼ਿਆਦਾ ਕਿ ਤੁਹਾਨੂੰ ਸਹੀ ਗਲਤ ਦੀ ਜਿਹੜੀ ਪਰਖ ਹੈ ਹੋ ਜਾਂਦੀ ਹੈ। ਅਤੇ ਮੈਨੂੰ ਖੁਸ਼ੀ ਹੈ ਤੁਸੀਂ ਇੱਥੇ ਹਿੰਦੁਸਤਾਨ, ਇੰਡੀਆ ਵਾਪਸ ਆਏ ਹੋ, ਪੰਜਾਬ ਤੁਸੀਂ ਫੇਰੀ ਪਾਈ ਹੋਈ ਹੈ, ਤੁਹਾਨੂੰ ਆਇਆ ਨੂੰ ਇੱਥੇ ਕੁਛ ਚਿਰ ਹੋ ਗਿਆ। ਅਤੇ ਤੁਹਾਨੂੰ ਲੱਗਦਾ ਹੈ ਕਿ ਕੋਈ ਚੇਂਜ ਆਇਆ ਇੱਥੋਂ ਦੀ ਵੈਜੀਟੇਸ਼ਨ ਦੇ ਵਿੱਚ, ਕੋਈ ਨੈਗੇਟਿਵ ਜਾਂ ਕੋਈ ਪੋਜ਼ੀਟਿਵ ਜਿਹੜਾ ਇੰਪੈਕਟ ਤੁਹਾਨੂੰ ਫਿਰ ਮਹਿਸੂਸ ਹੁੰਦਾ ਹੋਵੇ
ਅਸੀਂ ਦੇਖੋ ਕਿੰਨੇ ਸੋਹਣੇ ਬਾਗ 'ਚ ਬੈਠੇ ਹਾਂ, ਬਾਗ ਵੀ ਨਵਾਂ ਹੀ ਬਿਲਕੁਲ। ਹੈ ਇਹ। ਤੇ ਤੁਸੀਂ ਖੇਤੀਬਾੜੀ ਦੀ ਗੱਲ ਨਹੀਂ ਕਰ ਰਿਹਾ, ਮੈਂ ਇੱਥੋਂ ਦੇ ਤੁਹਾਨੂੰ ਰੁੱਖਾਂ ਬਾਰੇ ਪੁੱਛ ਰਿਹਾ। ਤੁਹਾਨੂੰ ਜਿਵੇਂ ਹੁਣ ਬਹੁਤ ਸਾਰੀ ਆਰਗੇਨਾਈਜੇਸ਼ਨ ਕਈ ਕੰਮ ਕਰੀ ਜਾਂਦੀਆਂ ਨੇ, ਜਿਹੜੀਆਂ ਰੋਜ਼ ਸੋਸ਼ਲ ਮੀਡੀਆ 'ਤੇ ਅਸੀਂ ਦੇਖਦੇ ਹਾਂ ਕਿ ਜੰਗਲ ਲੱਗ ਰਹੇ ਨੇ, ਲੋਕ ਅਵੇਅਰ ਹੋਏ ਨੇ ਜਾਂ ਨਹੀਂ ਹੋਏ ਨੇ, ਜਾਂ ਹਾਈਵੇਜ਼ ਬਣੇ ਨੇ। ਤੁਹਾਨੂੰ ਤੁਸੀਂ 2-4 ਲਾਈਨਾਂ ਦੇ ਵਿੱਚ ਮੈਨੂੰ ਦੱਸ ਸਕਦੇ ਹੋ ਕਿ ਤੁਹਾਨੂੰ ਕੀ ਇੰਪੈਕਟ ਲੱਗਦਾ? ਇੰਪੈਕਟ ਇਹੀ ਲੱਗਦਾ ਹੈ ਕਿ 2018 ਤੋਂ ਬਾਅਦ 23 ਦੇ ਵਿੱਚ ਜਦੋਂ ਆਇਆ ਤਾਂ ਓਬਵੀਅਸ ਹੀ ਗੱਲ ਹੈ ਕਿ ਜਿਹੜੀ ਐਗਰੋ ਫੋਰੈਸਟਰੀ ਹੈ ਉਹ ਜ਼ਰੂਰ ਵਧੀ ਹੈ। ਅੱਛਾ। ਕਿ ਖਾਸ ਕਰ ਮਾਲਵੇ ਦੇ ਵਿੱਚ ਕਹਾਂ ਦੁਆਬਾ ਤਾਂ ਆਲਰੇਡੀ ਪੋਪੂਲਰ ਵਗੈਰਾ ਦੀ ਖੇਤੀ ਕਰ ਬਿਲਕੁਲ ਰਿਹਾ, ਬਿਲਕੁਲ। ਤੇ ਮਾਲਵੇ ਦੇ ਵਿੱਚ ਵੀ ਕਾਫੀ ਜ਼ਿਆਦਾ ਜਿਹੜੇ ਦਰਖਤ ਨੇ, ਲੋਕਲ ਦਰਖਤ ਆਪਾਂ ਕਹੀਏ, ਉਹ ਲਗਾਏ ਜਾ ਰਹੇ ਨੇ। ਅੱਛਾ। ਤੇ ਤੁਸੀਂ ਪੋਜ਼ਿਟਿਵ ਹੀ ਹੈ। ਕੋਈ ਤੁਹਾਨੂੰ ਇਦਾਂ ਦੇ ਕੋਈ ਲੋਕਲ ਦਰਖਤਾਂ ਬਾਰੇ ਕੋਈ ਨੌਲੇਜ ਹੈ ਜਿਹੜੇ ਕਿਹੜੇ ਲੱਗੇ ਹੋਏ ਨੇ, ਜਾਂ ਪੁਰਾਣੇ ਰੁੱਖਾਂ ਦੇ ਨਾਂ ਤੁਸੀਂ ਜਾਣ ਸਕਦੇ, ਦੱਸ ਸਕਦੇ? ਮੇਨਲੀ ਤਾਂ ਕਿ ਆਪਾਂ ਟਾਹਲੀ ਹੋ ਗਈ, ਕਿੱਕਰ ਹੋ ਗਈ। ਕਿੱਕਰ ਤਾਂ ਵੈਸੇ ਬਹੁਤ ਘਟਦੀ ਜਾ ਰਹੀ ਹੈ, ਪਰ ਖਾਸ ਕਰ ਆਪਣੇ ਇੱਧਰ ਮਾਲਵਾ, ਜਿਹੜਾ ਆਪਣਾ ਸਦਰਨ ਮਾਲਵਾ ਕਹਿ ਦਈਏ, ਮਾਨਸਾ ਸਾਈਡ ਹੋ ਗਿਆ, ਆਪਣਾ ਸੰਗਰੂਰ ਹੋ ਗਿਆ, ਇੱਧਰਲੀ ਬੈਲਟ ਦੇ ਵਿੱਚ ਕਿੱਕਰ ਵਗੈਰਾ ਹੈਗੀ ਹੈ, ਬਠਿੰਡਾ ਸਾਈਡ ਹੈਗੀ ਹੈ। ਅੱਛਾ। ਤੇ ਤੁਸੀਂ ਤੁਹਾਨੂੰ ਹੁਣ ਇੱਥੇ ਪਿੰਡੋਂ ਦਾ ਪੰਜਾਬ ਆਏ ਨੂੰ ਕੁਝ ਕੁ ਮਹੀਨੇ ਹੋ ਗਏ ਨੇ, ਬਿਲਕੁਲ ਮੇਰੇ ਖਿਆਲ ਨਾਲ 4 ਜਾਂ 5 ਮਹੀਨੇ ਲੱਗ ਗਏ। ਤੇ ਤੁਸੀਂ ਸਰਦੀਆਂ ਵੀ ਇੱਥੇ ਕੱਟੀਆਂ ਨੇ। ਬਿਲਕੁਲ। ਤੁਸੀਂ ਸ਼ਾਇਦ ਉਹ ਸੀਜ਼ਨ ਵੀ ਕੱਢਿਆ ਇੱਥੇ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਸਟਬਲ ਫਾਇਰ ਦਾ, ਹੈ ਨਾ? ਬਿਲਕੁਲ। ਤੇ ਉਹ ਤੁਸੀਂ ਸੀਜ਼ਨ ਦੇਖਿਆ, ਨੋਟ ਕੀਤਾ, ਉਹਦੇ 'ਚ ਤੁਹਾਨੂੰ ਉਹਦੇ 'ਚ ਕੋਈ ਪੈਟਰਨ 'ਚ ਕੋਈ ਚੇਂਜ ਲੱਗਿਆ? ਆਪਾਂ ਅੱਗ ਦੇ ਵਿਸ਼ੇ 'ਤੇ ਗੱਲ ਕਰਦੇ ਹਾਂ, ਤੇ ਅੱਗ 'ਤੇ ਆਉਂਦੇ ਹਾਂ। ਤੁਹਾਨੂੰ ਕੋਈ ਪੈਟਰਨ ਚੇਂਜ ਇਹ ਲੱਗਿਆ ਕਿ ਲੋਕਾਂ ਨੂੰ ਥੋੜੀ ਜੀ ਸਮਝ ਆਈ ਹੈ ਇਸ ਬਾਰੇ। ਤੁਸੀਂ ਮਹਿਸੂਸ ਕਰਦੇ ਹੋ? ਮਹਿਸੂਸ ਕਰਦਾ ਹਾਂ, ਕਿਉਂਕਿ ਮੈਂ ਖੁਦ ਦੇਖਿਆ ਕਈ ਲੋਕਾਂ ਨੇ ਸਿੰਪਲ ਆਪਣੀਆਂ ਜਿਹੜੀਆਂ ਨਵੀਆਂ ਮਸ਼ੀਨਸ ਨੇ ਉਹਨਾਂ ਦੀ ਮਦਦ ਦੇ ਨਾਲ ਅੱਗ ਨਾ ਲਾ ਕੇ ਉਹਨੂੰ ਵਿੱਚ ਹੀ ਯੂਜ਼ ਕੀਤਾ, ਸੋ ਦੈਟ ਉਹਦੀ ਕੰਪੋਸਟ ਬਣ ਜੇ। ਬਹੁਤ ਵਧੀਆ। ਤੇ ਪੋਜ਼ਿਟਿਵ ਹੀ ਹੈ ਇਹ, ਆਪਾਂ ਕਹੀਏ। ਬਿਲਕੁਲ। ਮੈਂ ਚਾਹੁੰਦਾ ਨਹੀਂ ਇੰਟਰਵਿਊ ਤੁਹਾਡੇ ਨਾਲ ਨਾ ਕੋਈ ਬਹੁਤੀ ਫਾਰਮਲ ਜੀ ਹੋਵੇ, ਕਿਉਂਕਿ ਆਪਾਂ ਯਾਰ ਪੁਰਾਣੇ ਦੋਸਤ ਹਾਂ, ਤੇ ਅਸੀਂ ਡਿਸਕਸ ਕਰਕੇ ਮੈਂ ਚਾਹੁੰਦਾ ਕਿ ਅਸੀਂ ਕੁਛ ਐਸਾ ਡਿਸਕਸ ਕਰੀਏ ਕਿ ਲੋਕਾਂ ਨੂੰ ਸੁਣਨ ਨੂੰ, ਜਾਂ ਜਿਹੜੇ ਆਮ ਲੋਕਾਂ ਦੇ ਵਿੱਚ ਫੋਰੈਸਟ ਫਾਇਰ ਦੀ ਤੇ ਉਹਨਾਂ ਨੂੰ ਕਿਵੇਂ ਰੋਕਣਾ, ਓਵਰਆਲ ਫਾਇਰ ਦੀ ਬੇਸਿਕ। ਦੇਖੋ ਫੋਰੈਸਟ ਫਾਇਰ ਆਪਾਂ ਕਹਿ ਦਿੰਦੇ ਹਾਂ ਫੋਰੈਸਟ ਫਾਇਰ ਆ, ਤੇ ਫੋਰੈਸਟ ਫਾਇਰ ਦਾ ਜਿਹੜਾ ਟੌਪਿਕ ਹੈ ਉਹ ਬੜਾ ਵਾਸਟ ਹੈ। ਪੂਰੀ ਦੁਨੀਆ 'ਚ ਸਾਨੂੰ ਹੁਣ ਅੱਜ ਕੱਲ੍ਹ ਖਬਰਾਂ ਸੁਣਨ ਨੂੰ ਮਿਲਦੀਆਂ ਨੇ। ਹੁਣ ਇੰਟਰਨੈਟ ਦਾ ਟਾਈਮ ਹੈ, ਤੁਹਾਡੇ ਘਰ 'ਚ ਤੁਹਾਡੇ ਫੋਨ ਦੇ ਉੱਪਰ ਇੰਨੀਆਂ ਸਾਰੀਆਂ ਇਨਫੋਰਮੇਸ਼ਨ ਰੈਡੀ ਰਹਿੰਦੀਆਂ ਨੇ, ਪਤਾ ਤੁਹਾਨੂੰ ਆਉਣ ਨੂੰ ਤਿਆਰ ਹੁੰਦੀਆਂ ਨੇ ਕਿ ਜਿਹੜੀਆਂ ਵਰਲਡ ਲੈਵਲ ਦੇ ਉੱਪਰ ਜੋ ਘਟਨਾਵਾਂ ਹੋ ਰਹੀਆਂ ਨੇ ਉਹਦੇ ਨਾਲ ਉਹ ਸੰਬੰਧਿਤ ਨੇ। ਸੈਟਲਾਈਟ ਮੋਨੀਟਰਿੰਗ ਹੋਣ ਲੱਗ ਗਈ ਹੈ, ਬੜਾ ਕੁਛ ਹੁੰਦਾ। ਤੇ ਸਾਨੂੰ ਹੁਣ ਰੋਜ਼ ਬਹੁਤ ਸਾਰੀਆਂ ਖਬਰਾਂ ਆਉਂਦੀਆਂ ਨੇ, ਵੱਡੀਆਂ ਖਬਰਾਂ ਜਿਹਨਾਂ ਨੂੰ ਮੈਂ ਕਹਿ ਸਕਦਾ ਕਿ ਚਾਹੇ ਆਸਟ੍ਰੇਲੀਆ ਦੇ ਵਿੱਚ ਬੁਸ਼ ਫਾਇਰ ਜਿਹਨੂੰ ਕਹਿੰਦੇ, ਉਹਨਾਂ ਦੇ ਝਾੜੀਆਂ 'ਚ ਅੱਗ ਲੱਗਣ ਨੂੰ ਵੱਡੀ ਖਬਰ ਮੰਨਿਆ ਜਾਂਦਾ। ਤੇ ਨਾਲ ਦੀ ਨਾਲ ਕੈਨੇਡਾ 'ਚ ਇੱਕ ਸ਼ਹਿਰ, ਸ਼ਾਇਦ ਮੈਨੂੰ ਨਾਮ ਯਾਦ ਨਹੀਂ ਆ ਰਿਹਾ, ਲੇਟਨ ਸ਼ਹਿਰ, ਉਹ ਕਿਹੜੀ ਸਟੇਟ 'ਚ ਹੈ ਜੀ? BC 'ਚ, ਬ੍ਰਿਟਿਸ਼ ਕੋਲੰਬੀਆ 'ਚ। ਤੇ ਉੱਥੇ ਵੀ ਅੱਗ ਲੱਗੀ, ਉਸ ਤੋਂ ਬਾਅਦ ਉਹ ਪੂਰਾ ਦਾ ਪੂਰਾ ਸ਼ਹਿਰ ਖਤਮ ਹੋ ਗਿਆ। ਸ਼ਾਇਦ ਕੋਈ ਜਾਨੀ ਨੁਕਸਾਨ ਵੀ ਉੱਥੇ ਮੈਨੂੰ ਲੱਗਦਾ ਹੋਇਆ, ਜਾਂ ਸ਼ਾਇਦ ਨਹੀਂ ਹੋਇਆ, ਜਾਂ ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਹੈ। ਇਵੈਕੂਏਟ ਕਰਨਾ ਪਿਆ, ਖਾਲੀ ਕਰਨਾ ਪਿਆ ਸ਼ਹਿਰ। ਤੇ ਇਸੇ ਤਰੀਕੇ ਨਾਲ ਐਮਾਜ਼ੋਨ ਦੇ ਉੱਪਰ ਵੀ ਜਿਹੜਾ ਜਿਹਨੂੰ ਦੁਨੀਆ ਦਾ ਫੇਫੜੇ ਮੰਨਿਆ ਜਾਂਦਾ, ਜਿਹੜਾ ਜੰਗਲਾਂ ਨੂੰ, ਬਹੁਤ ਵੈਟ ਜੰਗਲ ਨੇ ਉਹ, ਉੱਥੇ ਟ੍ਰੋਪੀਕਲ ਫੋਰੈਸਟ ਨੇ, ਪਾਣੀ ਦੀ ਕੋਈ ਕਮੀ ਨਹੀਂ ਹੈ ਮੰਨੀ ਜਾਂਦੀ ਉੱਥੇ, ਤੇ ਉੱਥੇ ਵੀ ਅੱਗ ਲੱਗੀ। ਉਸ ਤੋਂ ਇਲਾਵਾ ਜੇ ਅਸੀਂ ਹਿੰਦੁਸਤਾਨ ਦੀ ਗੱਲ ਕਰੀਏ, ਸਾਡੇ ਇੱਥੇ ਵੀ ਬਹੁਤ ਸਾਰੀ ਫੋਰੈਸਟ ਫਾਇਰ ਲੱਗੀ ਹੈ 2020 ਤੋਂ ਬਾਅਦ, ਹੁਣ ਤੋਂ ਅੱਜ ਤੱਕ ਤਾਂ ਹੀ ਚੱਲਦਾ। ਤੇ ਹੁਣ ਮਾਰਚ ਮਹੀਨੇ 'ਚ ਅਸੀਂ ਹੈਗੇ ਹਾਂ ਕਿ ਇਹ ਸੀਜ਼ਨ ਹੀ ਸ਼ੁਰੂ ਹੋਣ ਵਾਲਾ ਬਸ ਫੋਰੈਸਟ ਫਾਇਰ ਦਾ। ਇਹ ਫੋਰੈਸਟ ਫਾਇਰ ਦਾ ਸੀਜ਼ਨ ਪੂਰੇ ਵਰਲਡ 'ਚ ਸ਼ੁਰੂ ਹੋਣ ਵਾਲਾ। ਤੇ ਤੁਸੀਂ ਮੈਨੂੰ ਦੱਸ ਸਕਦੇ ਹੋ, ਜਾਂ ਤੁਹਾਡਾ ਕੀ ਵਿਚਾਰ ਹੈ ਇਹਦੇ ਉੱਪਰ, ਕਿ ਇੱਕਦਮ ਇਹ ਖਬਰਾਂ ਦੇ ਵਿੱਚ ਜਿਹੜੀਆਂ ਫੋਰੈਸਟ ਫਾਇਰ ਦੀਆਂ ਖਬਰਾਂ ਨੇ 'ਚ ਇੰਨਾ ਜ਼ਿਆਦਾ ਉਛਾਲ ਕਿਉਂ ਆ ਗਿਆ? ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹੂੰਗਾ ਕਿ ਇਹਦਾ ਕਾਰਨ ਜਿਹੜਾ ਮੇਨ ਹੈ ਉਹ ਤਾਂ ਲਾਈਟਨਿੰਗ ਨੂੰ ਮੰਨਿਆ ਜਾਂਦਾ, ਕਿ ਬਿਜਲੀ, ਅਸਮਾਨੀ ਬਿਜਲੀ ਲਾ ਲਓ, ਜਾਂ ਮਤਲਬ ਕਿਸੇ ਵਾਇਰ ਦੇ ਥਰੂ। ਆਪਣੇ ਵੀ ਅਕਸਰ ਖੜੀ ਕਣਕ ਨੂੰ ਅੱਗ ਲੱਗ ਜਾਂਦੀ ਹੈ, ਉਹ ਮਤਲਬ ਲਾਈਟਨਿੰਗ ਮੇਨ ਕਾਰਨ ਮੰਨਿਆ ਜਾਂਦਾ। 80% ਆਫ ਦਾ ਵਾਈਲਡ ਫਾਇਰਸ ਆਰ ਕਾਜ਼ਡ ਬਾਈ ਆਪਣੀ ਲਾਈਟਨਿੰਗ, ਠੀਕ ਹੈ। ਤੇ ਦੂਸਰੇ ਨੰਬਰ 'ਤੇ ਇਹ ਹੈ ਕਿ ਮੈਨ ਮੇਡ ਵੀ ਹੁੰਦੀ ਹੈ। ਤੇ 80% ਦਾ ਤੁਸੀਂ ਡੇਟਾ ਮੈਨੂੰ ਕਹਿ ਰਹੇ ਹੋ, ਇਹ ਬਹੁਤ ਵੱਡਾ ਨੰਬਰ ਹੈ ਇਹ ਵਾਈਲਡ ਫਾਇਰ ਦੇ ਉੱਪਰ। ਮੈਂ ਜਿੱਥੋਂ ਤੱਕ ਇੱਕ ਮੈਂ ਡੇਟਾ ਸ਼ੇਅਰ ਮੈਂ ਦੱਸਦਾ ਕਿ ਹੁਣ ਕਿਉਂਕਿ ਜਿਹੜੀ ਮੋਨੀਟਰਿੰਗ ਉਹਦਾ ਸੈਟਲਾਈਟ ਹੁੰਦੀ ਹੈ, ਤੇ 2022 ਦੇ ਵਿੱਚ ਜਦੋਂ ਲਾਕਡਾਊਨ ਸੀਗਾ ਪੂਰੀ ਦੁਨੀਆ ਦੇ ਵਿੱਚ ਲੱਗਿਆ ਹੋਇਆ, ਉਦੋਂ ਪੂਰੀ ਦੁਨੀਆ ਦੇ ਵਿੱਚ ਵਾਈਲਡ ਫਾਇਰ ਦੇ ਸਿਰਫ ਕੁਝ ਸੈਂਕੜੇ ਕੇਸਿਸ ਰਿਕਾਰਡ ਕੀਤੇ ਗਏ ਨੇ। ਬਿਲਕੁਲ। ਜਦੋਂ ਮਾਰਚ ਤੋਂ ਲੈ ਕੇ ਜਿਹੜਾ ਸੀਜ਼ਨ ਹੁੰਦਾ ਜਿਹੜਾ ਫੋਰੈਸਟ ਫਾਇਰ ਦਾ ਸੀਜ਼ਨ ਹੁੰਦਾ, ਮਾਰਚ ਤੋਂ ਲੈ ਕੇ ਸਤੰਬਰ ਤੱਕ ਦਾ, ਜਾਂ ਕਈ ਜਗ੍ਹਾ 'ਚ ਅਗਸਤ ਤੱਕ ਦਾ, ਜਦੋਂ ਤੱਕ ਮੌਨਸੂਨ ਐਂਟਰ ਨਹੀਂ ਕਰਦਾ। ਬਿਲਕੁਲ। ਤੇ ਉਹਦੇ ਵਿੱਚ ਸੈਂਕੜੇ ਆ ਬਸ ਨੰਬਰ। ਕਿਤੇ ਕੋਈ ਹੋਊਗਾ ਜਿੱਥੇ ਉਹ ਜਿਹੜੀ ਸੰਖਿਆ ਆ ਫੋਰੈਸਟ ਫਾਇਰ ਦੀ ਜਿਹੜੀ ਸੈਟਲਾਈਟ ਤੋਂ ਮੋਨੀਟਰ ਹੁੰਦੀ ਹੈ ਉਹ ਹਜ਼ਾਰਾਂ 'ਚ ਗਈ ਹੋਵੇ। ਬਟ ਜਦ ਕਿ 2020 ਦੇ ਵਿੱਚ
ਸਡਨਲੀ ਉਹ ਕੇਸਿਸ ਜਿਹੜੇ ਨੇ ਲੱਖਾਂ 'ਚ ਪਹੁੰਚ ਗਏ। ਖਾਲੀ ਹਿੰਦੁਸਤਾਨ ਦੇ ਵਿੱਚ ਹੀ ਮੈਨੂੰ ਲੱਗਦਾ 4 ਲੱਖ ਦੇ ਲਾਗੇ ਛਾਗੇ ਜਿਹੜੀ ਫੋਰੈਸਟ ਫਾਇਰ ਆ, ਛੋਟੀ ਵੱਡੀ ਜਿੱਦਾਂ ਦੀ ਵੀ ਆ, ਸਾਰੀ ਮੋਨੀਟਰ ਕੀਤੀ ਗਈ। ਕੈਨੇਡਾ ਦਾ ਵੀ ਇੱਕ ਨੰਬਰ ਹੋ ਸਕਦਾ। ਕੈਨੇਡਾ ਦਾ ਅਰਾਊਂਡ ਥਾਊਜ਼ੈਂਡਸ ਦੇ ਵਿੱਚ ਹੈ। ਜਿਵੇਂ ਰੀਸੈਂਟ ਜਿਹੜੀਆਂ ਫਾਇਰਸ ਹੋਈਆਂ ਨੇ ਉਹਨਾਂ ਦੇ ਵਿੱਚ 8000 ਕਹਿ ਰਹੇ ਨੇ ਕਿ 8000 ਸਮਥਿੰਗ ਕਿ ਇੰਨੀਆਂ ਫਾਇਰ ਹੋਈਆਂ, ਜਿਹਦੇ ਵਿੱਚ ਅਰਾਊਂਡ 2.1 ਮਿਲੀਅਨ ਜਿਹੜਾ ਹੈਕਟੇਅਰਸ ਆਫ ਲੈਂਡ ਹੈ ਉਹ ਖਤਮ ਹੋ ਗਿਆ। ਅੱਛਾ, ਯਾਨੀ ਕਿ ਬਰਨ ਹੋ ਗਿਆ। ਮੀਨਸ ਕਾਫੀ ਜ਼ਿਆਦਾ ਹੈ ਇਹ ਡੇਟਾ। ਪਰ ਜਦੋਂ ਕੈਨੇਡਾ ਦਾ ਜਿਹੜਾ ਖੇਤਰਫਲ ਆ ਉਹ ਤਾਂ ਸਾਡੇ ਨਾਲੋਂ ਕਿਤੇ ਥੋੜ੍ਹਾ ਜ਼ਿਆਦਾ ਹੈ, ਆਪਣੇ ਨਾਲੋਂ 3 ਗੁਣਾ ਜ਼ਿਆਦਾ। ਅਤੇ ਉਹਨਾਂ ਦਾ ਜਿਹੜਾ ਫੋਰੈਸਟ ਦੀ ਜਿਹੜੀ ਡੈਂਸਿਟੀ ਹੈ ਮੈਨੂੰ ਲੱਗਦਾ ਜਿਹੜੇ ਜੰਗਲਾਂ ਦੇ ਜਿਹੜੇ ਉੱਥੋਂ ਦਾ ਵਸੋਂ ਪਹਿਲੀ ਗੱਲ ਤਾਂ ਘੱਟ ਹੈ ਸਾਡੇ ਮੁਕਾਬਲੇ। ਹਿਊਮਨ ਵਸੋਂ ਜਿਹੜੀ ਹੁੰਦੀ ਬਹੁਤ ਘੱਟ ਹੈ ਬੰਦਿਆਂ ਦੀ ਪਾਪੂਲੇਸ਼ਨ। ਦੂਜਾ ਉੱਥੇ ਜੰਗਲ ਮੈਨੂੰ ਲੱਗਦਾ ਜ਼ਿਆਦਾ ਪੁਰਾਣੇ ਨੇ, ਓਲਡ ਵਰਲਡ ਫੋਰੈਸਟ ਜਿਹਨੂੰ ਕਹਿੰਦੇ ਆਪਾਂ। ਅਤੇ ਜੇ ਨਵੇਂ ਵੀ ਨੇ ਅਤੇ ਇਹਦਾ ਇੰਨੀ ਫੋਰੈਸਟ ਫਾਇਰ ਘੱਟ ਲੱਗਣ ਦਾ ਕਾਰਨ ਕੀ ਹੈ? ਹਿੰਦੁਸਤਾਨ ਵਾਲਾ ਨੰਬਰ ਬਹੁਤ ਜ਼ਿਆਦਾ ਘੱਟ ਹੈ। ਆਈ ਥਿੰਕ ਪਾਪੂਲੇਸ਼ਨ ਵੀ ਆਪਾਂ ਕਹਿ ਸਕਦੇ ਕਿ ਪਾਪੂਲੇਸ਼ਨ ਵੀ ਇੱਕ ਮੇਨ ਕਾਰਨ ਹੈ। ਓਕੇ। ਅਤੇ ਕਿਉਂਕਿ ਜਿਹੜੀ ਲੱਗਦੀ ਜ਼ਿਆਦਾਤਰ ਵਾਈਲਡ ਫਾਇਰ ਹੈ ਅਤੇ ਉਹ ਟੋਟਲੀ ਇਸ ਤਰ੍ਹਾਂ ਕਹਿ ਸਕਦੇ ਕਿ ਉਹ ਜੰਗਲ ਦੇ ਵਿੱਚ ਹੀ ਲੱਗ ਰਹੀ ਹੈ ਅਤੇ ਆਪਣੀ ਵਸੋਂ ਜੰਗਲਾਂ ਦੇ ਵਿੱਚ ਵੀ ਹੈਗੀ ਹੈ, ਜਿਹਦੇ ਕਰਕੇ ਮੈਨ ਮੇਡ ਫਾਇਰ ਦੇ ਰੂਪ ਦੇ ਵਿੱਚ ਉਹ ਪੂਰੇ ਜੰਗਲ 'ਚ ਫੈਲ ਜਾਂਦੀ ਹੈ। ਓਕੇ, ਸੋ ਮਤਲਬ ਮੁੱਖ ਦੀ ਗੱਲ ਇਹ ਹੈ ਕਿ ਜਿਹੜੇ ਫੋਰੈਸਟ ਫਾਇਰ ਦੇ ਜਿਹੜੇ ਕਾਜ਼ਿਜ਼ ਨੇ ਉਹਦੇ 'ਚ ਅਸੀਂ ਕੁਦਰਤੀ ਜਿਹੜੀ ਆਪਾਂ ਲਾਈਟਨਿੰਗ ਜਾਂ ਕਿਸੇ ਹੋਰ ਨੂੰ ਦੋਸ਼ੀ ਠਹਿਰਾਉਂਦੇ ਹਾਂ ਉਹ ਕਿ ਬਹੁਤਾ ਜਾਇਜ਼ ਨਹੀਂ ਹੈ। ਅਤੇ ਮੈਂ ਕਿਉਂਕਿ ਮੈਂ ਆਪ ਜਿੱਥੇ ਮੈਂ ਕੰਮ ਹਿਮਾਲਿਆ 'ਚ ਕਰਦਾ ਜੀ, ਮੇਰਾ ਉੱਤਰਾਖੰਡ ਹੋ ਗਿਆ, ਹਿਮਾਚਲ ਦੇ ਏਰੀਆ 'ਚ ਕੰਮ ਹੁੰਦਾ, ਅਤੇ ਮੈਂ ਜੋ ਦੇਖਿਆ ਆਪਣੇ ਅੱਖੀਂ ਉਹੀ ਦੇਖਿਆ ਕਿ ਲੋਕ ਘਾਹ ਜਿਹੜਾ ਹੁੰਦਾ ਹੈ, ਨਵਾਂ ਘਾਹ ਉਗਾਉਣ ਲਈ ਤਾਂ ਕਿ ਬਰਸਾਤ ਦੇ ਵਿੱਚ ਘਾਹ ਉੱਗੇ, ਉਹਦੇ ਲਈ ਆਪਣੇ ਆਲੇ ਦੁਆਲੇ ਦੇ ਏਰੀਏ 'ਚ ਅੱਗ ਲਾਉਂਦੇ ਨੇ। ਹਾਂਜੀ। ਬਟ ਉਹ ਫਿਰ ਉਹਨਾਂ ਦੇ ਹੱਥੋਂ ਬਾਹਰ ਹੋ ਜਾਂਦੀ ਹੈ। ਬਿਲਕੁਲ। ਅਤੇ ਉਹ ਅੱਗ ਜਿਹੜੀ ਆ ਫੈਲ ਕੇ ਕਾਫੀ ਜ਼ਿਆਦਾ ਜਿਹੜਾ ਰਕਬਾ ਆ ਫੋਰੈਸਟ ਦਾ ਉਹ ਸਾੜ ਦਿੰਦੀ। ਬਿਲਕੁਲ। ਅਤੇ ਇਸ ਕਰਕੇ ਫਿਰ ਉੱਥੇ ਜੋ ਘਾਹ ਉੱਗਦੀ ਆ ਬਾਅਦ 'ਚੋਂ ਬਰਸਾਤ ਦੇ ਵਿੱਚ, ਇਹਨੂੰ ਅਸੀਂ ਉਹ ਕਹਿੰਦੇ ਨੇ ਬੰਪਰ ਕ੍ਰੌਪ ਹੋਈ ਹੈ ਜੀ ਘਾਹ ਦੀ। ਹਾਂਜੀ। ਜਿਹੜੇ ਉਹਨਾਂ ਦੇ ਮਵੇਸ਼ੀਆਂ ਦੇ ਬੱਕਰੀਆਂ ਜਿਹੜੀ ਪਾਲੀਆਂ ਨੇ ਜਾਂ ਗਾਵਾਂ ਪਾਲੀਆਂ ਨੇ ਉਹ ਜੰਗਲ 'ਚ ਜਾ ਕੇ ਉਹ ਘਾਹ, ਕਿਉਂਕਿ ਕਾਰਨ ਇਹ ਹੈ ਕਿ ਜਿਹੜੀ ਐਸ਼ ਬਚਦੀ ਹੈ ਉਹਨੂੰ ਨਿਊਟਰੀਐਂਟ ਐਸ਼ ਕਹਿ ਦਿੰਦੇ ਨੇ। ਉਹ 'ਚ ਫਾਸਫੋਰਸ ਹੋ ਗਿਆ, ਮੈਗਨੀਸ਼ੀਅਮ ਹੋ ਗਿਆ, ਹੋਰ ਬਾਕੀ ਜਿਹੜੇ ਜ਼ਰੂਰੀ ਤੱਤ ਨੇ, ਇੱਕ ਆਪਾਂ ਕਹੀਏ ਗ੍ਰਾਸ ਦੀ ਜਾਂ ਕਿਸੇ ਵੀ ਕ੍ਰੌਪ ਦੀ ਗਰੋਥ ਦੇ ਲਈ ਬੜੇ ਚੰਗੇ ਨੇ। ਤਾਂ ਇਸ ਕਰਕੇ ਬੰਪਰ ਕ੍ਰੌਪ ਕਹਿ ਸਕਦੇ ਹਾਂ। ਕਿਉਂਕਿ ਮੈਨੂੰ ਵੀ ਪਤਾ ਜਿਹੜਾ ਕੋਨੀਫਰ ਹੁੰਦੇ ਨੇ, ਕੋਨ ਹੁੰਦੇ ਨੇ ਜਿਹੜੇ ਪਾਈਨ ਟਰੀ ਦੇ ਲੱਗਦੇ ਨੇ। ਹਾਂਜੀ। ਅਤੇ ਮੈਂ ਪੇਪਰ ਜਿਹੜੇ ਕਿਤੇ ਪੜ੍ਹੇ ਨੇ ਉਹਦੇ 'ਚ ਇਹੀ ਕਹਿੰਦੇ ਨੇ ਕਿ ਜਿਹੜੀ ਜੰਗਲ ਦੀ ਅੱਗ ਹੈ ਉਹ ਰੁੱਖਾਂ ਲਈ ਫਾਇਦੇਮੰਦ ਹੈ। ਖਾਸ ਤੌਰ 'ਤੇ ਜਿਹੜਾ ਪਾਈਨ ਦਾ ਰੁੱਖ ਹੈ ਉਹਦਾ ਜਿਹੜਾ ਸੀਡ ਹੈ ਉਹ ਜਦੋਂ ਉਹਦਾ ਟੈਂਪਰੇਚਰ 1000 ਡਿਗਰੀ ਸੈਲਸੀਅਸ ਪਹੁੰਚ ਜਾਂਦਾ ਜਦੋਂ ਫੋਰੈਸਟ ਫਾਇਰ ਆਪਣੇ ਪੂਰੇ ਜੋਬਨ 'ਤੇ ਹੁੰਦੀ ਹੈ, ਅਤੇ ਉਹ ਜਿਹੜਾ ਸੀਡ ਆ ਉਹ ਫੁੱਟਦਾ। ਫਿਰ ਉਹਦੇ ਜਿਹੜੇ ਸੀਡ ਜਦੋਂ ਗਰਮ ਹਵਾ ਜਦੋਂ ਉੱਪਰ ਨੂੰ ਉੱਠ ਰਹੀ ਆ ਫੋਰੈਸਟ ਫਾਇਰ ਦੀ, ਉਹ ਸੀਡ ਜਿਹੜਾ ਆ ਉਹ ਫੁੱਟਣ ਤੋਂ ਬਾਅਦ ਹਜ਼ਾਰਾਂ ਹੀ ਸੀਡ ਇੱਕ ਕੋਨ 'ਚੋਂ ਨਿਕਲਦੇ ਨੇ। ਫਿਰ ਉਹ ਹਵਾ 'ਚ ਉੱਡ ਕੇ ਡਿਸਪਰਸ ਹੁੰਦੇ ਨੇ। ਅਤੇ ਤੁਹਾਨੂੰ ਮੈਂ ਦੱਸਦਾ ਕਿ ਜਿਹੜਾ ਇੰਡੀਆ ਦੇ ਵਿੱਚ ਹੁਣ ਜਿਹੜੀ ਪਹਾੜਾਂ ਦੇ ਵਿੱਚ ਪਹਿਲਾਂ ਕੋਨ ਨੂੰ, ਪਾਈਨ ਨੂੰ ਬਹੁਤ ਜ਼ਿਆਦਾ ਪਾਈਨ ਫੋਰੈਸਟ ਦੀ ਬੜੀ ਇੱਕ ਸੀਗਾ ਕਿ ਇਹਨੂੰ ਉਗਾਇਆ ਜਾਵੇ, ਇਕੋ ਟਾਸਕ ਫੋਰਸ ਤੱਕ ਬਣਾਈ ਗਈ ਆਰਮੀ ਦੀ, ਉਹ ਲਾਉਂਦੀ ਸੀਗੀ। ਹੁਣ ਕੋਨ ਜਿਹੜਾ ਪਾਈਨ ਦਾ ਨਾ ਜਿਹੜਾ ਉਹ ਹੈ, ਪਾਈਨ ਦੇ ਚਾਹੇ ਸਾਰੇ ਰੁੱਖ ਹੋਣ, ਜਿਹੜੇ ਚਿਲਗੋਜ਼ਾ ਵਗੈਰਾ ਦੀ ਗੱਲ ਨਹੀਂ ਕਰ ਰਿਹਾ, ਚੀੜ ਪਾਈਨ ਵਗੈਰਾ ਦੀ ਮੈਂ ਗੱਲ ਕਰ ਰਿਹਾ, ਉਹ ਹੁਣ ਘਟਾਤਾ ਲਾਉਣਾ। ਕਹਿੰਦੇ ਕਿ ਮਿਕਸ ਫੋਰੈਸਟਰੀ ਕੀਤੀ ਜਾਵੇ। ਇੱਥੇ ਸ਼ਾਇਦ ਫੋਰੈਸਟ ਫਾਇਰ ਜਿਹੜਾ ਉਹ ਤੁਹਾਡੇ ਹਿਸਾਬ ਨਾਲ ਲਾਹੇਵੰਦ ਹੈ ਕਿ ਨਹੀਂ ਹੈ? ਇਹਦੇ ਬਾਰੇ ਮਤਲਬ ਕਹਿ ਸਕਦੇ ਹਾਂ, ਮਤਲਬ ਫੋਰੈਸਟ ਫਾਇਰ ਦਾ ਦੇਖੋ ਮਤਲਬ ਕਾਰਨ ਕੀ ਹੈ। ਮਤਲਬ ਜੇਕਰ ਆਪਾਂ ਕਹੀਏ ਕਿ ਮੋਨੋਟਨਸ ਜਾਂ ਸਿੰਗਲ ਟਾਈਪ ਦੇ ਆਪਾਂ ਦਰਖਤ ਲਾਉਣੇ ਸ਼ੁਰੂ ਕਰੀਏ ਤਾਂ ਉਹ 'ਚ ਹੋ ਸਕਦਾ ਕਿ ਚਾਂਸਿਸ ਹੋਣ। ਅਤੇ ਪਰ ਕਈ ਵਾਰ ਇਹ ਹੁੰਦਾ ਕਿ ਮਿਕਸ ਕ੍ਰੌਪ ਦੇ ਵਿੱਚ ਆਪਾਂ ਨੂੰ ਕਈ ਵਾਰ ਕੁਛ ਟਰੀਜ਼ ਹੁੰਦੇ ਨੇ ਜਾਂ ਵੈਜੀਟੇਸ਼ਨ ਹੁੰਦੀ ਆ ਵੀ ਉਹ 'ਚ ਮੋਇਸਚਰ ਹੁੰਦਾ ਤਾਂ ਥੋੜ੍ਹੀ ਬਹੁਤ ਕੰਟਰੋਲ ਹੋ ਸਕਦੀ ਹੈ। ਬਟ ਜੇ ਇੱਕ ਤਰ੍ਹਾਂ ਦੀ ਦਰਖਤ ਹੋਣਗੇ ਤਾਂ ਉਹ ਈਜ਼ੀਲੀ ਆਪਾਂ ਮਤਲਬ ਕੋਈ, ਕਿਉਂਕਿ ਪਾਈਨ 'ਤੇ ਆਇਲ ਬਹੁਤ ਹੁੰਦਾ ਨਾ। ਬਿਲਕੁਲ। ਪਾਈਨ ਦੇ ਆਇਲ ਕਰਕੇ ਹੁੰਦਾ, ਪਲੱਸ ਉਹਦੇ ਥੱਲੇ ਜਿਹੜਾ ਉਹਦੇ ਨੀਚੇ ਜਿਹੜਾ ਇਕੱਠੇ ਹੁੰਦੀ ਆ ਉਹਨੂੰ ਉਹ ਕਹਿੰਦੇ ਆ ਪਿਰੋਲ ਕਹਿੰਦੇ ਆ ਅਤੇ ਲੋਕਲ ਲੈਂਗੁਏਜ, ਜਾਂ ਜਿਹੜਾ ਨੀਚੇ ਪੱਤੇ ਲੀਫ ਲਿਟਰ ਜਿਹੜਾ ਝੜਦਾ ਉਹਦੇ 'ਚ ਕਾਫੀ ਆਇਲ ਹੁੰਦਾ ਅਤੇ ਅੱਗ ਮਿੰਟੋ ਮਿੰਟ ਫੈਲ ਜਾਂਦੀ ਹੈ। ਅਤੇ ਉਹ ਕਿਤੇ ਵਧੀਆ, ਪਰ ਆਈ ਥਿੰਕ ਜਦੋਂ ਤਾਂ ਹੁਣ ਮਿਕਸ ਫੋਰੈਸਟਰੀ ਟਰਮ ਆਉਣੀ ਸ਼ੁਰੂ ਹੋਈ ਹੈ, ਫੋਰੈਸਟ ਫਾਇਰ 'ਤੇ ਜਿੰਨਾ ਕੰਟਰੋਲ ਰਹੇ, ਜਿੰਨੀ ਨਕੇਲ ਕੱਸੀ ਜਾਵੇ ਉਨਾ ਹੀ ਜ਼ਿਆਦਾ ਵਧੀਆ। ਆਈ ਥਿੰਕ ਅਗੇਂਸਟ ਦਾ ਨੇਚਰ ਵੀ ਹੈ ਨਾ ਕਿ ਕਿਉਂਕਿ ਇੰਨੇ ਸਾਲਾਂ ਤੋਂ ਦਰਖਤ ਇਕੱਠੇ ਗਰੋ ਕਰ ਰਹੇ ਨੇ ਅਲੱਗ-ਅਲੱਗ ਤਰ੍ਹਾਂ ਦੇ, ਉਹਨਾਂ ਦਾ ਇੱਕ ਸਿੰਬਾਇਟਿਕ ਰਿਲੇਸ਼ਨਸ਼ਿਪ ਵੀ ਹੈ ਥਰੂ ਦਾ ਰੂਟਸ। ਅਤੇ ਉਹ ਚੀਜ਼ ਆਪਾਂ ਟੋਟਲੀ ਬ੍ਰੇਕ ਕਰ ਦਿੰਦੇ ਹਾਂ। ਅਤੇ ਤਾਂ ਮੈਨੂੰ ਲੱਗਦਾ ਉਹ ਜ਼ਿਆਦਾ ਵਧੀਆ ਚੀਜ਼ ਨਹੀਂ ਹੈਗੀ। ਬਿਲਕੁਲ। ਅੱਛਾ, ਮੈਂ ਇੱਕ ਲਿਸਟ ਬਣਾਈ ਹੋਈ ਯਾਦਵਿੰਦਰ, ਜਿਹੜੀ ਮੈਂ ਸਵਾਲ ਤੁਹਾਨੂੰ ਪੁੱਛਣੇ ਆ ਨਾ, ਮੈਂ ਜਰਾ ਆਪਾਂ ਇੱਥੋਂ ਹੀ ਗੱਲ ਕਰ ਲੈਂਦੇ ਹਾਂ। ਬਿਲਕੁਲ। ਟੌਪਿਕ ਤਾਂ ਇੰਨਾ ਵਾਸਟ ਟੌਪਿਕ ਆ ਕਿ ਜਿੱਥੇ ਵੱਡਾ ਟੌਪਿਕ ਆ, ਜਿੰਨੀ ਮਰਜ਼ੀ 'ਤੇ ਗੱਲ ਕੀਤੀ ਜਾ ਸਕਦੀ ਆ। ਅਤੇ ਬਾਈ ਮੇਰਾ ਇੱਕ ਆ ਤੁਹਾਨੂੰ ਇਹ ਪਹਿਲਾਂ ਫਿਰ ਉਹੀ ਸਵਾਲ ਕਿ ਆਪਾਂ ਜਦੋਂ ਸ਼ੁਰੂ ਕੀਤਾ ਸੀਗਾ ਕਿ ਕੈਨੇਡਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਜਿਹੜੀਆਂ ਬੁਸ਼ ਫਾਇਰ, ਅਤੇ ਆਸਟ੍ਰੇਲੀਆ 'ਚ ਬੁਸ਼ ਫਾਇਰ ਹੋਈ ਆ,
ਕੈਨੇਡਾ 'ਚ ਤੁਹਾਡੇ ਜਿਹੜੀ ਮਾਊਂਟੇਨ ਦੇ ਵਿੱਚ ਫਾਇਰ ਲੱਗਦੀ ਆ, ਜਿਹੜਾ ਤੁਸੀਂ ਆਪਾਂ ਲਿਟਨ ਦੀ ਗੱਲ ਸਿਟੀ ਦੀ ਗੱਲ ਕੀਤੀ ਆ, ਕੈਲੀਫੋਰਨੀਆ ਫਾਇਰ ਇੱਕ ਬੜਾ ਫੇਮਸ ਹੋਇਆ ਸੀ। ਉੱਥੇ ਕਿਸੇ ਨੇ ਜੈਂਡਰ ਰਿਵੀਲ ਜਿਹਨੂੰ ਕਹਿ ਦਿੰਦੇ ਨੇ, ਇੱਕ ਉਹਨਾਂ ਦਾ ਇੱਕ ਮੈਨੂੰ ਲੱਗਦਾ ਤੁਸੀਂ ਤਾਂ ਗੋਰਿਆਂ 'ਚ ਰਹਿੰਦੇ ਹੋ, ਉਹ ਇੱਕ ਜੈਂਡਰ ਰਿਵੀਲ ਕਰਦੇ ਨੇ ਕਿ ਪ੍ਰੈਗਨੈਂਸੀ ਦੇ ਦੌਰਾਨ ਸਾਡੇ ਤਾਂ ਇੱਥੇ ਹੁਣ ਜਿਹੜਾ ਕਹਿੰਦੇ ਆ ਨਾ ਲਿੰਗ ਦਾ ਪਤਾ ਕਰਨਾ, ਭਰੂਣ ਦਾ, ਉਹ ਤਾਂ ਅਪਰਾਧ ਹੈ। ਅਤੇ ਚਲੋ ਸਾਡੇ ਇੱਕ ਵਜ੍ਹਾ ਤਾਂ ਘੱਟ ਹੈ। ਉਹਨਾਂ ਨੇ ਕਿ ਮੈਨੂੰ ਲੱਗਦਾ ਜੰਗਲ 'ਚ ਗਏ ਉਹ ਦੱਸਣ ਲਈ ਕਿ ਕਿਹੜਾ ਉਹ ਜੰਮਣ ਵਾਲਾ ਹੋਣ ਵਾਲਾ ਬੱਚਾ ਜਿਹੜਾ ਉਹ ਕਿਹੜੇ ਲਿੰਗ ਦਾ ਹੈ। ਉਹਨਾਂ ਨੇ ਮੈਨੂੰ ਲੱਗਦਾ ਅੱਗ ਕਰਤੀ ਸਟਾਰਟ ਉੱਥੇ, ਅਤੇ ਉਹ ਕੈਲੀਫੋਰਨੀਆ ਦੀ ਉਸ ਤੋਂ ਬਾਅਦ ਪੂਰੀ ਸਟੇਟ ਨੂੰ ਭੱਜਣਾ ਪਈਆਂ ਰਹੀਆਂ ਅੱਗ ਬੁਝਾਉਣ ਲਈ। ਬਿਲਕੁਲ ਇਹੋ ਜਿਹੇ ਇੰਸੀਡੈਂਟ ਉੱਥੇ ਕਿੰਨੇ ਕੁ ਹੁੰਦੇ ਨੇ? ਕਾਫੀ ਹੁੰਦੇ ਨੇ, ਮਤਲਬ ਆਪਾਂ ਮਤਲਬ ਪਰ ਐਜ਼ ਸੱਚ ਜਿਹੜਾ ਆਪਾਂ ਕਹੀਏ ਕੈਨੇਡੀਅਨ ਨੈਸ਼ਨਲ ਵਾਈਲਡ ਫਾਇਰ ਡੇਟਾਬੇਸ ਹੈ, ਉਹਦੇ ਅਕੋਰਡਿੰਗ ਉਹ ਇਹੀ ਕਹਿੰਦੇ ਨੇ 80% ਆਰ ਕਾਜ਼ਡ ਬਾਏ ਨੈਚੁਰਲ ਕਾਜ਼ਸ। ਠੀਕ ਹੈ, ਓਕੇ। ਤੇ ਇਹ ਥੋੜ੍ਹਾ ਮੈਨੂੰ ਪਰਸਨਲੀ ਜੇ ਮੈਂ ਦੇਖਾਂ ਐਜ਼ ਅ ਸਾਇੰਟਿਸਟ ਜਾਂ ਐਜ਼ ਅ ਰਿਸਰਚਰ, ਮੈਨੂੰ ਡਾਟਾ ਤਾਂ ਮੈਨੂੰ ਲੱਗਦਾ ਕਿ ਤੁਸੀਂ ਗੱਲ ਸਹੀ ਕਹਿ ਰਹੇ ਹੋ ਕਿ ਕਿਉਂਕਿ ਟੋਟਲੀ ਜਿਹੜੀ ਲੋਕਾਂ ਦੀ ਸਾਈਕੀ ਹੈ, ਹਾਂ, ਤੇ ਸਾਈਕੀ ਮਤਲਬ ਜਿਹੜਾ ਮਾਨਸਿਕਤਾ ਹੈ, ਤੇ ਉੱਥੇ ਕਿਉਂਕਿ ਲੋਕ ਜ਼ਿਆਦਾਤਰ ਜਿਹੜੇ ਜੰਗਲਾਂ 'ਚ ਵੀ ਰਹਿੰਦੇ ਨੇ, ਉੱਥੇ ਪ੍ਰੋਪਰਲੀ ਜਦੋਂ ਹੁਣ ਸਮਰ ਸੀਜ਼ਨ ਸਟਾਰਟ ਹੁੰਦਾ ਉੱਥੇ ਪ੍ਰੋਪਰਲੀ ਬੈਨਰ ਲਗਾਏ ਜਾਂਦੇ ਨੇ ਕਿ ਤੁਸੀਂ ਕੋਈ ਬਾਰਬੀਕਿਊ ਵਗੈਰਾ ਯੂਜ਼ ਨਹੀਂ ਕਰਨਾ, ਇਸ ਤਰ੍ਹਾਂ। ਤੇ ਲੋਕ ਫੋਲੋ ਕਰਦੇ ਨੇ ਉਸ ਚੀਜ਼ ਨੂੰ। ਸਾਡੇ ਇੱਥੇ ਵੀ ਖੈਰ ਮੈਂ ਦੱਸਦਾ ਆਪਣੇ ਕਰਦੇ ਨੇ, ਮੈਂ ਇਹ ਨਹੀਂ ਕਹਿ ਰਿਹਾ ਕਿ ਆਪਣੇ ਨਹੀਂ ਕਰਦੇ। ਸਾਡੇ ਮੈਂ ਉਲਟਾ ਕਹਿ ਰਿਹਾ, ਸਾਡੇ ਇੱਥੇ ਨਹੀਂ ਕਰਦੇ। ਸਾਡੇ ਇੱਥੇ ਤੁਹਾਨੂੰ ਲੱਗੂਗਾ ਜਗ੍ਹਾ ਜਗ੍ਹਾ ਬੋਰਡ ਲੱਗੇ ਨੇ ਫੋਰੈਸਟ ਫਾਇਰ ਹੈ ਬਚਾਓ, ਲੋਕ ਸਾਡੇ ਇੱਥੇ ਘੱਟ ਫੋਲੋ ਕਰਦੇ ਆ। ਆਪਾਂ ਫਿਰ ਵੀ ਸੋਚਦੇ ਹਾਂ ਵੀ ਯਾਰ ਕਾਹਨੂੰ ਉਹ ਕਰਨਾ, ਤੇ ਤਾਂ ਉੱਥੇ ਕਾਰਨ ਇਸੇ ਕਰਕੇ ਹੈ ਕਿ ਜਿਹੜੀ ਨੈਚੁਰਲ ਕਾਜ਼ਸ ਕਰਕੇ ਜ਼ਿਆਦਾ ਹੁੰਦੀ ਹੈ। ਤੇ ਦੂਸਰਾ ਕਾਰਨ ਇਹ ਵੀ ਹੈ ਕਿ ਜਿਹੜਾ ਵੈਦਰ ਦਾ ਪੈਟਰਨਸ ਨੇ ਉਹ ਚੇਂਜ ਹੋ ਰਹੇ ਨੇ, ਕਿ ਮੀਂਹ ਜ਼ਿਆਦਾ ਪੈਂਦੇ ਸੀ ਕਿਸੇ ਟਾਈਮ, ਤੇ ਹੁਣ ਕਈ ਵਾਰ ਘੱਟ ਪੈਂਦੇ ਨੇ, ਸਨੋ ਜ਼ਿਆਦਾ ਪੈ ਰਹੀ ਹੈ। ਓਕੇ, ਇਹ ਤਾਂ ਚਲੋ ਨਹੀਂ, ਇਹ ਤਾਂ ਇੱਕ ਦੂਜਾ ਰੀਜ਼ਨ ਹੋ ਗਿਆ, ਤਾਂ ਆਪਾਂ ਟੌਪਿਕ ਹੀ ਵੱਖਰੇ ਚਲੇ ਗਏ। ਬਿਲਕੁਲ, ਮੇਰੇ ਪਹਿਲੇ ਸਵਾਲ ਦਾ ਤੁਸੀਂ ਖੈਰ ਜਵਾਬ ਦੇ ਦਿੱਤਾ ਕਿ ਉੱਥੇ ਕੇਸਿਸ ਹੁੰਦੇ ਨੇ, ਪਰ ਉਹ ਹਿਊਮਨ ਜਿਹੜੀ ਰਿਸਪੌਂਸਿਬਿਲਿਟੀ ਆ ਉਹ ਤੈਅ ਨਹੀਂ ਕਰਦੇ ਉਹ ਦੇਸ਼। ਬਿਲਕੁਲ। ਅਤੇ ਮੈਨੂੰ ਐਜ਼ ਅ ਰਿਸਰਚਰ ਜਾਂ ਐਜ਼ ਅ ਬਾਇਓਲੋਜਿਸਟ ਲੱਗਦਾ ਹੈ ਕਿ ਜਿਹੜੇ ਨੰਬਰ ਆਫ ਕੇਸਿਸ ਕਹਿੰਦੇ ਆ ਕਿ ਲਾਈਟਨਿੰਗ ਤੋਂ ਹੁੰਦੇ ਨੇ, ਅਤੇ ਇਹ ਤਾਂ ਵੱਡੀਆਂ ਪ੍ਰਾਈਮ ਐਗਜ਼ਾਮਪਲਸ ਨੇ ਨਾ। ਅਤੇ ਆਪਾਂ ਇਹਨਾਂ ਨੂੰ, ਮੈਂ ਹੁਣ ਇਹਨਾਂ ਨੂੰ ਖੈਰ ਮੈਂ ਕੋਈ ਹਾਰਡ ਵਰਡ ਯੂਜ਼ ਕਰਕੇ ਨਹੀਂ ਕਹਿਣਾ ਚਾਹੁੰਦਾ, ਕਿਉਂਕਿ ਮੈਂ ਤਾਂ ਤੁਹਾਨੂੰ ਕੁਐਸਚਨ ਪੁੱਛਿਆ, ਸਾਨੂੰ ਸਾਡੀ ਫੋਰੈਸਟ ਫਾਇਰ ਇੰਡੀਆ ਹਿੰਦੁਸਤਾਨ 'ਚ ਲੱਗਦੀਆਂ ਨੇ, ਉਹਦੇ ਲਈ ਬਹੁਤ ਹੱਦ ਤੱਕ ਲੋਕਾਂ ਦਾ ਅਨਪੜ੍ਹ ਜਾਂ ਅਗਿਆਨੀ ਹੋਣਾ ਜਿਹੜਾ ਆ ਉਹਨੂੰ ਦੋਸ਼ੀ ਠਹਿਰਾਇਆ ਜਾਂਦਾ। ਨਾ ਹਿੰਦੁਸਤਾਨ ਦੇ ਵਿੱਚ ਕੀ ਹੁੰਦਾ ਹੈ ਕਿ ਜਾਂ ਸਾਨੂੰ ਬਹੁਤੇ ਦੁਨੀਆ ਦੇ ਦੇਸ਼ ਸਕੂਲ ਕਰਨਾ ਜਾਂ ਸਾਨੂੰ ਗਿਆਨ ਦੇਣਾ ਕਹਿੰਦੇ ਨੇ ਕਿ ਤੁਹਾਡੇ ਫੋਰੈਸਟ ਫਾਇਰ ਦੇ ਕੇਸਿਸ ਤਾਂ ਨੇ ਤਾਂ ਕਿਉਂਕਿ ਲੋਕ ਅਵੇਅਰ ਨੇ, ਅਗਿਆਨ ਨੇ, ਇਹਨਾਂ ਨੂੰ ਪਤਾ ਨਹੀਂ ਕਿ ਜੰਗਲ ਦੀ ਅੱਗ ਲੱਗੀ ਕਿੰਨੀ ਮਾੜੀ ਹੈ ਕਿੰਨੀ ਚੰਗੀ ਆ, ਉਹ ਸਿਰਫ ਫਾਇਦੇ ਦੇਖਦੇ ਨੇ ਕਿ ਨਵੀਂ ਘਾਹ ਉੱਗ ਜਾਂਦੀ ਹੈ। ਇਹ ਤਾਂ ਹੋ ਗਿਆ ਇੱਕ ਢਿੱਡ ਪਾਲਣ ਦਾ, ਰੋਜ਼ੀ ਰੋਟੀ ਦਾ। ਉਹ ਉਹਨਾਂ ਇਲਾਕਿਆਂ 'ਚ ਜਿੱਥੇ ਲੋਕਾਂ ਕੋਲ ਹੋਰ ਕੋਈ ਰੁਜ਼ਗਾਰ ਦਾ ਸਾਧਨ ਨਹੀਂ, ਮਵੇਸ਼ੀ ਜਾਂ ਜਾਨਵਰ ਪਾਲਣਾ ਹੀ ਉਹਨਾਂ ਦੇ ਪਾਸੇ ਕਿੱਤੇ ਦਾ ਮੁੱਖ ਇੱਕ ਜਿਹੜਾ ਕਹਿੰਦਾ ਕਮਾਈ ਦਾ ਸਰੋਤ। ਬਿਲਕੁਲ। ਪਰ ਜਿੱਥੇ ਕੈਲੀਫੋਰਨੀਆ ਵਰਗੇ ਦੇਸ਼ 'ਚ ਜਿੱਥੇ ਸਟੇਟ 'ਚ ਜਿੱਥੇ ਆਪਾਂ ਦੇਖਿਆ ਕਿ ਕਿਸੇ ਨੇ ਸਿਰਫ ਕਿਸੇ ਨੂੰ ਆਪਦੇ ਬੱਚੇ ਦਾ ਜੈਂਡਰ ਦੱਸਣ ਦੇ ਲਈ ਫੋਰੈਸਟ ਫਾਇਰ ਲਾਤੀ, ਠੀਕ ਹੈ, ਅਤੇ ਉਸ ਤੋਂ ਬਾਅਦ ਪੂਰੀ ਸਟੇਟ 'ਚ ਛੱਡੋ ਪੂਰੀ ਦੁਨੀਆ 'ਚ ਬਹੁਤ ਵੱਡੀ ਨਿਊਜ਼ ਬਣੀ। ਅਤੇ ਉਹ ਕਿਸੇ ਮੈਂ ਉਹੀ ਕਹਿਣਾ ਕਿ ਮੈਂ ਕਿਸੇ ਜਾਤੀ ਦੇ ਖਿਲਾਫ ਜਾਂ ਕਿਸੇ ਹਿਊਮਨ ਰੇਸ ਦੇ ਖਿਲਾਫ ਨਹੀਂ ਕਹਿ ਰਿਹਾ, ਬਟ ਫਿਰ ਮੈਨੂੰ ਲੱਗਦਾ ਕਿ ਕਦੀ ਇਹਨਾਂ ਦੀ ਜਿਹੜੀ ਉਹ ਰਿਸਪੌਂਸੀਬਿਲਿਟੀ ਹੈ ਜਾਂ ਇਹਨਾਂ ਦਾ ਕਸੂਰ ਹੈ ਉਹ ਕੌਣ ਨਿਰਧਾਰਿਤ ਕਰੂਗਾ। ਅਤੇ ਇਹ ਜਦੋਂ ਇਹ ਤਾਂ ਮੈਨੂੰ ਲੱਗਦਾ ਕਿ ਇਹ ਬਹੁਤ ਹੀ ਜ਼ਿਆਦਾ ਬੇਵਕੂਫੀ ਵਾਲਾ ਇੱਕ ਕਹਿ ਲਓ ਕਿ ਇਹ ਉਹ ਇੱਕ ਹਰਕਤ ਸੀਗੀ ਜਿਹੜੀ ਬਿਲਕੁਲ ਵੀ ਸ਼ਾਇਦ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਅਤੇ ਇਹ ਹੁਣ ਜਿਹੜੀ ਸਟੇਟ ਹੈ ਸਾਡੇ ਕੋਲੇ, ਕਿ ਹੁਣ ਸਾਡੇ ਕੋਲੇ ਬਹੁਤ ਘੱਟ ਸੋਮੇ ਬਚੇ ਨੇ, ਅਤੇ ਇਹਦੇ ਵਿੱਚ ਆਈ ਥਿੰਕ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਦੀ ਲੋੜ ਹੈ। ਚਲੋ ਅਗਲੇ ਸਵਾਲ 'ਤੇ ਆਉਂਦੇ ਹਾਂ। ਤੁਸੀਂ ਹੁਣ ਕੈਨੇਡਾ ਦੀ ਫਾਇਰ ਦੇਖੀ ਆ, ਮੈਨੂੰ ਲੱਗਦਾ ਬਹੁਤ ਨੇੜੇ ਹੋ, ਤੁਸੀਂ ਨਿਊਜ਼ ਸੁਣੀਆਂ ਨੇ। ਮੈਂ ਹਿਮਾਲਿਆ ਦੀ ਫਾਇਰ ਦੇਖੀ ਆ, ਬਹੁਤ ਨੇੜੇ। ਆਪਾਂ ਡਿਸਕਸ ਕਰਦੇ ਹਾਂ ਕਾਮਨ ਇਹਦੇ ਉੱਪਰ। ਮੈਨੂੰ ਦੱਸੋ ਤੁਹਾਡਾ ਕੀ ਵਿਚਾਰ ਆ ਆਸਟ੍ਰੇਲੀਅਨ ਜਿਹੜੀ ਬੁਸ਼ ਫਾਇਰ ਆ ਅਤੇ ਐਮਾਜ਼ੋਨ ਦੀ ਜਿਹੜੀ ਫਾਇਰ ਆ, ਕੈਨੇਡਾ ਦੀ ਫਾਇਰ ਅਤੇ ਹਿਮਾਲਿਆ ਦੀ ਫਾਇਰ, ਤੁਹਾਨੂੰ ਇਹਨਾਂ 'ਚ ਕੀ ਕੰਪੇਅਰ ਕਰਨ ਨੂੰ ਜੇ ਤੁਹਾਨੂੰ ਕਿਹਾ ਜਾਵੇ ਤਾਂ ਤੁਹਾਡੇ ਵਿਚਾਰ ਕੀ ਨੇ? ਕੀ ਤੁਹਾਨੂੰ ਲੱਗਦਾ ਕਿ ਵੱਖਰਾ ਆ, ਕੀ ਸਿਮਿਲੈਰਿਟੀਜ਼ ਨੇ, ਕੀ ਚੀਜ਼ਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਉੱਥੇ ਹੋਈਆਂ, ਇੱਥੇ ਨਹੀਂ ਹੋਈਆਂ, ਇੱਥੇ ਹੋਈਆਂ ਜਾਂ ਉੱਥੇ ਨਹੀਂ ਹੋਈਆਂ? ਮੈਨੂੰ ਇਹਦੇ ਬਾਰੇ ਦੱਸੋ। ਕੰਪੇਅਰ ਦੇ ਲਈ ਤਾਂ ਆਪਾਂ ਇਹੀ ਕਹਿ ਸਕਦੇ ਹਾਂ ਕਿ ਜਿਹੜੀ ਆਸਟ੍ਰੇਲੀਅਨ ਬੁਸ਼ ਫਾਇਰ ਹੈ ਅਤੇ ਪਲੱਸ ਆਪਣੀ ਐਮਾਜ਼ੋਨ ਦੀ ਹੋ ਗਈ ਅਤੇ ਇੰਡੀਆ ਅਤੇ ਕੈਨੇਡਾ ਦੀ, ਇਹ ਚਾਰਾਂ ਦੇ ਵਿੱਚ ਵੈਜੀਟੇਸ਼ਨਸ ਦਾ ਫਰਕ ਹੈ। ਹਾਂ, ਬਿਲਕੁਲ। ਹਾਂਜੀ, ਕੈਨੇਡਾ ਜਿਹੜਾ ਬਿਲਕੁਲ, ਕਿਉਂਕਿ ਐਮਾਜ਼ੋਨ ਰੇਨ ਫੋਰੈਸਟ ਹੋ ਗਿਆ, ਉੱਥੇ ਮਤਲਬ ਆਪਾਂ ਨੂੰ ਗੱਲ ਹਜਮ ਦੀ ਨਹੀਂ ਹੁੰਦੀ ਕਿ ਅੱਗ ਕਿਵੇਂ ਲੱਗਦੀ। ਮੈਂ ਮਤਲਬ ਸਰ ਇੱਕ ਤਾਂ ਖਦਸ਼ਾ ਇਹ ਵੀ ਹੈ ਕਿ ਉੱਥੇ ਕਿਉਂਕਿ ਬਹੁਤ ਸਾਰੀ ਕੰਪਨੀਜ਼ ਨੇ, ਕਿਉਂਕਿ ਯੂਰਪ ਦਾ ਅਤੇ ਨਾਰਥ ਅਮਰੀਕਾ ਦਾ ਉੱਥੇ ਇੰਟਰਸਟ ਹੈਗਾ। ਉਹਨੂੰ ਸਾਰੇ ਨੂੰ ਐਮਾਜ਼ੋਨ ਹੋ ਗਿਆ, ਸੁਮਾਤਰਾ ਹੋ ਗਿਆ, ਉਹਨਾਂ ਨੂੰ ਜੰਗਲਾਂ ਨੂੰ ਕੱਟ ਕੇ ਉੱਥੇ ਪਾਈਨ ਆਇਲ
ਜਿਹੜਾ ਹੈਗਾ ਹਾਂ ਉਹ ਕੱਢਿਆ ਜਾਂਦਾ ਹੈ ਤੇ ਜਾਂ ਉਹਦੀ ਕਲਟੀਵੇਸ਼ਨ ਹੋ ਕਲਟੀਵੇਸ਼ਨ ਹੁੰਦੀ, ਬਿਲਕੁਲ ਬਿਲਕੁਲ। ਤੇ ਉਹਦੇ ਕਰਕੇ ਉਹ ਕਾਰਨ ਵੀ ਹੈਗਾ, ਮਤਲਬ ਮੈਨ ਮੇਡ ਫਾਇਰਿੰਗ ਆ, ਜਿਹੜੀ ਹਾਂਜੀ। ਲੋਕਾਂ ਦੇ ਵੱਲੋਂ ਕੀਤੀ ਜਾਂਦੀ ਹੈ, ਵੱਡੀਆਂ ਕੰਪਨੀਆਂ ਦੀ ਗੱਲ ਕਰਦੇ ਵੱਡੀਆਂ ਹਾਂ, ਕੰਪਨੀਆਂ ਕਹਿ ਲਈਏ। ਠੀਕ ਹੈ। ਤੇ ਉਹਦੀ ਐਗਜ਼ਾਮਪਲ ਹੈ ਹਿੰਦੁਸਤਾਨ ਦੇ ਵਿੱਚ ਵੀ ਹੈਗੀ ਆ। ਸੰਜੇ ਗਾਂਧੀ ਨੈਸ਼ਨਲ ਪਾਰਕ ਦੇ ਨਾਲ ਇੱਕ ਏਰੀਆ ਸੀਗਾ, ਬਿਲਕੁਲ। ਉਹ ਲੈਂਡ ਯੂਜ਼ ਪਾਲਿਸੀ ਚੇਂਜ ਹੋ ਜਾਂਦੀ ਹੈ ਜੀ, ਉੱਥੇ ਅੱਗ ਲੱਗਦੀ ਹੈ ਤੇ ਰਾਤੋਂ ਰਾਤ ਉਹਦੀ ਪਾਲਿਸੀ ਚੇਂਜ ਕਰਕੇ ਉਹ ਪ੍ਰੋਟੈਕਟਡ ਫੋਰੈਸਟ ਤੋਂ ਉਹ ਕਿਉਂਕਿ ਕਿਸੇ ਬਿਲਡਰ ਨੂੰ ਦਿੱਤਾ ਜਾਣਾ ਸੀਗਾ ਉਹ ਇਲਾਕਾ, ਹਾਂਜੀ। ਤੇ ਉਹ ਤੋਂ ਬਾਅਦ ਅੱਜ ਉੱਥੇ ਇੱਕ ਬਿਲਡਿੰਗ ਖੜੀ ਹੈ ਤੇ ਬਿਲਕੁਲ। ਉੱਥੇ ਫੋਰੈਸਟ ਫਾਇਰ ਵੀ ਲੱਗੀ ਕਦੋਂ ਜਦੋਂ ਸਰਦੀਆਂ ਹੁੰਦੀਆਂ ਨੇ, ਮੌਨਸੂਨ ਤੋਂ ਠੀਕ ਬਾਅਦ, ਬਿਲਕੁਲ ਕਿਤੇ ਅੱਗ ਨਹੀਂ ਲੱਗਦੀ। ਕਾਫੀ ਖਬਰ ਆਈ ਸੀ ਇਸ ਬਿਲਕੁਲ। ਇੱਕ ਇਹ ਦੂਜਾ ਹੁਣ ਬੜਾ ਬੁਸ਼ ਫਾਇਰ ਹੈ, ਆਸਟ੍ਰੇਲੀਅਨ ਬੁਸ਼ ਫਾਇਰ। ਮੈਨੂੰ ਲੱਗਦਾ ਕਿ ਉੱਥੇ ਸ਼ਾਇਦ ਜਿਹੜਾ ਏਰੀਆ ਹੈ ਉਹ ਜ਼ਿਆਦਾ ਸੰਘਣਾ ਹੁੰਦਾ ਹੈ, ਤੇ ਮੈਨੂੰ ਇੰਨਾ ਲੱਗਦਾ ਕਿ ਸ਼ਾਇਦ ਆਸਟ੍ਰੇਲੀਆ ਦਾ ਬੁਸ਼ ਫਾਇਰ ਜਿਹੜਾ ਤੁਸੀਂ ਕਹਿੰਦੇ ਹੋ ਵੀ ਕੁਦਰਤੀ ਫਾਇਰ ਹੈ, ਕਿਉਂਕਿ ਉਹ ਸਾਰਾ ਡਰਾਈ ਹੁੰਦਾ ਹੈ। ਡਰਾਈ ਹੋਣ ਦੇ ਕਰਕੇ ਉਹ ਈਜ਼ੀਲੀ ਅੱਗ ਲੱਗ ਜਾਂਦੀ ਹੈ ਜਦੋਂ ਮੋਇਸਚਰ ਘੱਟ ਹੋਣਾ। ਮੈਂ ਇੱਕ ਬਾਕੀ ਮੈਨੂੰ ਨਹੀਂ, ਮੈਂ ਤੁਹਾਡੇ ਵਿਚਾਰ ਵੀ ਜਾਣਨਾ ਚਾਹੂੰਗਾ, ਕਿਉਂਕਿ ਜਿਹੜੇ ਆਸਟ੍ਰੇਲੀਆ ਜਿਵੇਂ ਹਿੰਦੁਸਤਾਨ ਦੇ ਵਿੱਚ ਤਾਂ ਸਾਡੇ ਕੋਲ ਲਾਰਜ ਕਾਰਨੀਵੋਰ ਆ, ਟਾਈਗਰ ਹੈ, ਲੈਪਰਡ ਹੈ, ਸਾਡੇ ਕੋਲ ਲਾਇਨ ਹੈ, ਜਾਂ ਹੋਰ ਵੀ ਬੜੇ ਸਾਰੇ ਸਾਡੇ ਜੰਗਲਾਂ 'ਚ ਹੈਗੇ ਨੇ। ਬਿਲਕੁਲ। ਕੈਨੇਡਾ ਦੇ ਵਿੱਚ ਵੀ ਤੁਹਾਡੇ ਕੋਲ ਗ੍ਰਿਜ਼ਲੀ ਬੇਅਰਸ ਨੇ, ਤੁਹਾਡੇ ਕੋਲ ਮਾਊਂਟੇਨ ਲਾਇਨ ਪੂਮਾ ਜਿਹਨੂੰ ਕਹਿੰਦੇ ਨੇ, ਲਿੰਕਸ ਕੈਟਸ ਹੈਗੀਆਂ ਨੇ, ਕੂਗਰ ਜੀ ਹੈਗੀਆਂ ਨੇ, ਤੇ ਵੁਲਫਸ ਹੈਗੇ ਨੇ। ਤੇ ਮਤਲਬ ਇੱਕ ਤਰ੍ਹਾਂ ਨਾਲ ਉੱਥੇ ਚੰਗਾ ਭਲਾ ਜਿਹੜਾ ਇਕੋਸਿਸਟਮ ਹੈ ਉਹ ਮੇਨਟੇਨਡ ਹੈ। ਤੇ ਦੂਜੇ ਪਾਸੇ ਜਿਹੜਾ ਆਪਣਾ ਆਸਟ੍ਰੇਲੀਆ, ਉੱਥੇ ਜ਼ਿਆਦਾ ਹਰਬੀਵੋਰਸ ਦੀ ਸੰਖਿਆ ਜ਼ਿਆਦਾ ਆ, ਜ਼ਿਆਦਾ ਮਾਰਸੂਪੀਅਲਸ ਹੋ ਗਏ, ਸਮਾਲ ਮੈਮਲਸ ਹੋ ਗਏ, ਹਾਂ ਛੋਟੇ, ਬਾਕੀ ਰੈਪਟਾਈਲਸ ਹੋ ਗਏ। ਤੇ ਇਹਨਾਂ ਵੱਡੇ ਕਾਰਨੀਵੋਰ ਦਾ ਤੁਹਾਨੂੰ ਪਤਾ, ਮੈਨੂੰ ਲੱਗਦਾ ਕਿ ਇਹ ਪ੍ਰੈਜ਼ੈਂਸ ਦਾ ਵੀ ਫਰਕ ਪੈਂਦਾ। ਸਾਡੇ ਇੱਥੇ ਜਿਹੜੀ ਅੱਗ ਹੈ ਉਹ ਇਹਨਾਂ ਕਾਰਨੀਵੋਰ ਦੇ ਕਰਕੇ ਸ਼ਾਇਦ ਮੈਨੂੰ ਲੱਗਦਾ ਕਿਤੇ ਜ਼ਿਆਦਾ ਲਾਈਮਲਾਈਟ 'ਚ ਆਉਂਦੀ ਹੈ, ਕਿਉਂਕਿ ਸਾਡੇ ਕੋਲੇ ਜਿਹਨੂੰ ਕਹਿੰਦੇ ਨੇ ਕ੍ਰਿਜ਼ਮੈਟਿਕ ਸਪੀਸ਼ੀਜ਼ ਜਿਹੜੀਆਂ ਨੇ, ਜਾਂ ਅੰਬਰੇਲਾ ਸਪੀਸ਼ੀਜ਼ ਜਿਹਨਾਂ ਨੂੰ ਕਹਿੰਦੇ ਨੇ, ਜਿਹੜੀਆਂ ਸਪੀਸ਼ੀਜ਼ ਉੱਪਰ ਪੂਰੀ ਦੁਨੀਆ ਅੱਖ ਰੱਖਦੀ ਹੈ। ਜਿਵੇਂ ਟਾਈਗਰ ਬਹੁਤ ਫੇਮਸ ਹੈ, ਤੇ ਗ੍ਰਿਜ਼ਲੀ ਬੇਅਰ ਜਿਹੜਾ ਪੂਰਾ ਭਾਲੂ ਹੈ ਉਹ ਬੜਾ ਫੇਮਸ ਹੈ। ਉੱਥੇ ਕੰਗਾਰੂ ਹੈ, ਇੱਧਰ ਇਹਨਾਂ ਕੋਲੇ ਐਮਾਜ਼ੋਨ ਵਾਲੇ ਪਾਸੇ ਜਿਹੜਾ ਜੈਗੁਆਰ ਹੈ, ਜਾਂ ਇੱਥੇ ਵੀ ਪੂਮਾ ਹੈ। ਤੇ ਆਈ ਥਿੰਕ ਇਹ ਫਾਇਰ ਜਿਹੜੀਆਂ ਨੇ, ਇਹਨਾਂ ਦੋਨਾਂ ਦਾ ਕੋਈ, ਸਾਰੀਆਂ ਚੀਜ਼ਾਂ ਦਾ ਤੁਸੀਂ ਕੁਝ ਸੋਚਦੇ ਹੋ ਕਿ ਜਾਨਵਰ ਦੀ ਮੌਜੂਦਗੀ ਦੇ ਕਰਕੇ ਵੀ ਇਹਨਾਂ ਦੇ ਇਕੋਸਿਸਟਮ 'ਤੇ ਕੋਈ ਫਰਕ ਪੈਂਦਾ, ਜਾਂ ਅੱਗ ਦੇ ਉੱਤੇ ਪ੍ਰਭਾਵ ਪੈਂਦਾ, ਵੱਧ ਰਹੀਆਂ ਜਾਂ ਘੱਟ ਰਹੀਆਂ, ਜਾਂ ਜੰਗਲ ਦੀ ਟਾਈਪ 'ਤੇ ਇਫੈਕਟ ਕਰਦਾ? ਡੈਫੀਨੇਟਲੀ ਮੇਰੇ ਖਿਆਲ ਨਾਲ ਕਰਨਾ ਤਾਂ ਚਾਹੀਦਾ, ਕਿਉਂਕਿ ਬੇਸਿਕਲੀ ਤੁਸੀਂ ਕਹਿਤਾ ਕਿ ਉਹਨਾਂ ਦੇ ਉੱਪਰ ਨਿਗਾਹ ਰੱਖੀ ਜਾਂਦੀ ਹੈ। ਹਾਂ, ਠੀਕ ਹੈ ਨਾ। ਤਾਂ ਇਹਦੇ ਪਿੱਛੇ ਕਈ ਕਾਰਨ ਇਹ ਵੀ ਹੋ ਸਕਦੇ ਨੇ ਕਿ ਆਪਾਂ ਜਿਹੜੇ ਪੋਚਰਸ ਨੇ ਉਹ ਯੂਜ਼ ਕਰਦੇ ਹੋਣਗੇ ਵੀ ਅੱਗ ਲਗਾ ਕੇ ਇੱਕ ਸਾਈਡ ਤੋਂ ਉਹਨਾਂ ਨੂੰ ਖਦੇੜ ਕੇ ਕੈਪਚਰ ਕੀਤਾ ਜਾ ਸਕਦਾ। ਬਹੁਤ ਵਧੀਆ ਪੁਆਇੰਟ ਤੁਹਾਡਾ ਇਹ। ਮੈਂ ਤਾਂ ਉਹ ਫਿਰ ਉਸ ਤੋਂ ਬਾਅਦ, ਕਿਉਂਕਿ ਉਹਨਾਂ ਨੇ ਪੋਚ ਕਰ ਲਿਆ, ਉਸ ਤੋਂ ਬਾਅਦ ਉਹ ਤਾਂ ਚਲੇ ਗਏ, ਅੱਗ ਅਨਕੰਟਰੋਲਡ ਚੱਲ ਰਹੀ ਹੈ, ਤੇ ਇਹ ਵੀ ਕਾਰਨ ਹੋ ਸਕਦਾ। ਬਿਲਕੁਲ। ਅੱਛਾ, ਅਗਲਾ ਸਵਾਲ ਹੈ ਜੀ ਮੇਰਾ ਤੁਹਾਨੂੰ ਕਿ ਜਿਹੜੀਆਂ ਉੱਥੇ ਆਪਣੀਆਂ ਸਿਟੀਜ਼ ਨੇ ਕੈਨੇਡਾ ਦੇ ਵਿੱਚ, ਬੜੇ ਸਾਰੇ ਪੰਜਾਬੀ ਆਪਣੇ ਨਵੇਂ ਗਏ ਨੇ, ਤੇ ਇਹ ਦੇਖਿਆ ਜਾਂਦਾ ਕਿ ਜਿਹੜੀ ਕੈਨੇਡਾ ਦੀ ਜਿਹੜੀ ਨਵੀਆਂ ਬਣ ਰਹੀਆਂ ਸਿਟੀਜ਼ ਨੇ, ਜਾਂ ਬੱਸਾਂ ਸੈੱਟ ਹੋ ਰਹੀਆਂ ਨੇ ਆਲੇ ਦੁਆਲੇ। ਮੈਨੂੰ ਯਾਦ ਆ ਕਰੀਬਨ 20 ਸਾਲ ਪਹਿਲਾਂ ਕਹਿੰਦਾ ਸੀ ਕੈਨੇਡਾ ਦੇ ਵਿੱਚ ਜੀ ਕੋਈ ਨਵਾਂ ਸ਼ਹਿਰ ਬਣ ਰਿਹਾ, ਉੱਥੇ ਲੋਕਾਂ ਦੀ ਲੋੜ ਹੈ। ਹਾਂਜੀ। ਤੇ ਮੈਨੂੰ ਲੱਗਿਆ ਕਿ ਸ਼ਾਇਦ ਛੋਟਾ ਜਿਹਾ ਕੋਈ ਕੈਨੇਡਾ ਹੋਣਾ, ਉੱਥੇ ਕੋਈ ਸ਼ਹਿਰ ਬਣ ਰਿਹਾ ਨਵਾਂ, ਜਿਵੇਂ ਸਾਡਾ ਚੰਡੀਗੜ੍ਹ ਬਣਿਆ ਸੀ, ਉਵੇਂ ਲੋਕਾਂ ਦੀ ਲੋੜ ਹੈ। ਪਰ ਜਦੋਂ ਹੁਣ ਜਿਵੇਂ ਵੱਡੇ ਹੋਏ ਪਤਾ ਲੱਗਿਆ ਕਿ ਉੱਥੇ ਤਾਂ ਉੱਥੇ ਸਾਰੀ ਸਟੇਟਾਂ ਦੇ ਵਿੱਚ ਕਈ 100 ਸ਼ਹਿਰ ਨੇ ਜਿਹੜੇ ਨਵੇਂ ਬਣ ਰਹੇ ਨੇ, ਜਿਹੜੇ ਮੇਨ ਸ਼ਹਿਰਾਂ ਤੋਂ ਬਹੁਤ ਦੂਰ ਨੇ। ਉੱਥੇ ਖਣਿਜ ਪਦਾਰਥ ਕੱਢੇ ਜਾਂਦੇ ਨੇ, ਟਿੰਬਰ ਜਿਹੜੀ ਲੱਕੜੀ ਆ ਉਹ ਕੱਢੀ ਜਾਂਦੀ ਹੈ। ਤੇ ਐਸੀਆਂ ਹੁਣ ਓਬਵੀਅਸਲੀ ਜੰਗਲ ਦੇ ਆਲੇ ਦੁਆਲੇ ਹੋਣਗੀਆਂ, ਉਹ ਐਸੀ ਕੋਈ ਸਿਟੀਜ਼ ਹੈਗੀਆਂ ਨੇ ਜਿਹੜੀ ਤੁਹਾਨੂੰ ਲੱਗਦੀਆਂ ਜਿਹੜੀ ਫੋਰੈਸਟ ਫਾਇਰ ਦੀ ਜਿੱਥੇ ਹੋਣ ਦਾ ਖਦਸ਼ਾ ਹੈਗਾ, ਜਾਂ ਲੇਟਨ ਸਿਟੀ ਵਰਗੀ ਐਗਜ਼ਾਮਪਲ ਕੈਨੇਡਾ ਦੇ ਵਿੱਚ ਹੋਣ ਦਾ ਰਿਸਕ ਹੈ? ਬਿਲਕੁਲ ਰਿਸਕ ਹੈਗਾ ਜੀ। ਅੱਛਾ। ਤੇ ਸਪੈਸ਼ਲੀ ਜਦੋਂ ਆਪਾਂ ਕਹੀਏ ਕਿ ਉੱਥੇ ਨਵੀਂ ਬੱਸੋਂ ਸਟਾਰਟ ਹੁੰਦੀ ਹੈ, ਤੇ ਉਹੀ ਗੱਲ ਆ ਗਈ ਕਿ ਕਈ ਵਾਰ ਲੋਕ ਨਹੀਂ ਸਮਝਦੇ ਹੈਗੇ। ਅੱਛਾ, ਠੀਕ ਹੈ ਨਾ। ਤੇ ਉਹ ਕੋਈ ਬੱਚੇ ਹੋ ਗਏ, ਜਾਂ ਮਤਲਬ ਆਪਾਂ ਸ਼ਰਾਰਤੀ ਆਨਸਰ ਕਹਿ ਦਿੰਦੇ ਆ, ਤੇ ਉਹ ਹੋ ਸਕਦਾ ਵੀ ਕਿ ਉਹ ਕਾਰਨ ਬਣ ਸਕਦੇ ਨੇ ਇਨ ਫਿਊਚਰ ਕਿ ਵਾਈਲਡ ਫਾਇਰ ਲੱਗੇਗੀ। ਓਕੇ, ਤੁਹਾਨੂੰ ਲੇਟਨ ਦੇ ਸ਼ਹਿਰ ਦੀ ਜਿਹੜੀ ਵਾਈਲਡ ਫਾਇਰ ਉਹਦੇ ਬਾਰੇ ਕੁਝ ਨੌਲੇਜ ਹੈ ਕਿ ਉਹ ਫਾਇਰ ਦਾ ਕਾਰਨ ਕੀ ਰਿਹਾ ਸੀ ਲੱਗਣ ਦਾ? ਉਹਦਾ ਕਾਰਨ ਇਹੀ ਦੱਸਿਆ ਗਿਆ ਕਿ ਆਪਣਾ ਨੈਚੁਰਲ ਕਾਜ਼ ਸੀ, ਬਟ ਲੇਟਨ ਉੱਥੇ ਹੈਗਾ ਸੀ ਸਿਚੁਏਟਡ, ਤੇ ਉੱਧਰੋਂ ਫਾਇਰ ਆ ਰਹੀ ਸੀ, ਤੇ ਇਸ ਕਰਕੇ ਉਹਨਾਂ ਨੂੰ ਇਵੈਕੂਏਟ ਕਰਨਾ ਪਿਆ। ਅੱਛਾ, ਕੋਈ ਰੀਜ਼ਨ ਨੈਚੁਰਲ ਕਾਜ਼ ਹੀ ਦੱਸਿਆ ਗਿਆ? ਬਿਲਕੁਲ, ਠੀਕ ਹੈ। ਇਹ ਕੁਝ ਵੀ ਹੋ ਸਕਦਾ, ਡਾਈਸੀ ਸਿਚੁਏਸ਼ਨ ਵੀ ਹੋ ਸਕਦੀ ਹੈ ਕਿ ਸਰਕਾਰ ਨਹੀਂ ਰਿਵੀਲ ਕਰਨਾ ਚਾਹੁੰਦੀ ਹੁੰਦੀ ਕਈ ਵਾਰ। ਤੇ ਹੁਣ ਮੈਨੂੰ ਦੱਸੋ ਕਿ ਕੈਨੇਡਾ ਦੇ ਵਿੱਚ, ਹੁਣ ਸਾਨੂੰ ਸਾਰਿਆਂ ਨੂੰ ਪਤਾ ਕਿ ਕੈਨੇਡਾ ਜਿਹੜਾ ਆ ਉਹ ਨੈਚੁਰਲ ਰਿਸੋਰਸਿਸ ਦੀ ਜਿਹੜੀ ਐਕਸਟ੍ਰੈਕਸ਼ਨ ਦੇ ਲਈ ਵਰਤਿਆ ਜਾਂਦਾ, ਉੱਥੇ ਜਿਹੜਾ ਮਿਨਰਲ ਜਾਂ ਨੈਚੁਰਲ ਰਿਸੋਰਸਿਸ ਨੂੰ ਉੱਥੋਂ ਦੀ ਪੂਰੀ ਦੁਨੀਆ 'ਚ ਪ੍ਰੋਵਾਈਡ ਕੀਤਾ ਜਾਂਦਾ। ਆਇਲ ਫੀਲਡਸ ਹੈਗੀਆਂ ਨੇ, ਤੇਲ ਕੱਢਿਆ ਜਾਂਦਾ, ਖਾਸ ਕਰ ਅਲਬਰਟਾ ਦੇ ਵਿੱਚ ਹੈ ਨਾ, ਤੇਲ ਕੱਢਿਆ ਜਾਂਦਾ। ਉੱਥੇ ਚਰਚਾ ਹੁੰਦੀ ਹੈ ਕਿ ਜੰਗਲ ਵੱਢੇ ਜਾ ਰਹੇ ਨੇ, ਹਾਈਵੇਜ਼ ਨਿਕਲ ਰਹੇ ਨੇ, ਟਰੱਕਾਂ ਦੇ ਟਰੱਕ ਭਰ ਕੇ US 'ਚ ਜਾਂਦੇ ਨੇ, ਫਿਰ ਉੱਥੋਂ ਦੀ ਜਿਹੜੀ ਹੈ
ਖਪਤ ਕਰਨ ਵਾਲਾ ਜਾਂ ਲੋੜ ਜਿਹੜੀ ਰੋਜ਼ ਦੀ ਡੇਲੀ ਨੀਡਸ ਦਾ ਸਮਾਨ ਆ ਉਹ USA ਤੋਂ ਕੈਨੇਡਾ 'ਚ ਆਉਂਦਾ। ਅਤੇ ਤੁਹਾਨੂੰ ਲੱਗਦਾ ਕਿਤੇ ਕਿ ਕੈਨੇਡਾ ਕਿਤੇ ਨਾ ਕਿਤੇ ਆਪਣੀ ਪੋਲਿਸੀਜ਼ ਦੇ ਵਿੱਚ ਥੋੜ੍ਹਾ ਨਰਮ ਹੈਗਾ ਨੈਚੁਰਲ ਰਿਸੋਰਸਿਸ ਲਈ, ਜਾਂ ਉਹ ਕਨਜ਼ਰਵੇਸ਼ਨ ਦੇ ਲਈ ਆਪਣੇ ਕੁਦਰਤੀ ਸੋਮਿਆਂ ਨੂੰ ਲੰਬਾ ਚਲਾਉਣ ਲਈ ਉਹ ਕੋਈ ਐਫਰਟਸ ਕਰ ਰਹੇ ਨੇ? ਐਕਚੁਅਲੀ ਗਵਰਨਮੈਂਟ ਦੀ ਜਿਹੜੀ ਲੜਾਈ ਹੈ, ਅਲੱਗ-ਅਲੱਗ ਗਵਰਨਮੈਂਟਸ ਆਪਸ 'ਚ ਲੜਦੀਆਂ ਨੇ ਕਿ ਤੁਸੀਂ ਨੈਚੁਰਲ ਰਿਸੋਰਸਿਸ ਨੂੰ ਐਕਸਪਲੋਇਟ ਕਰ ਰਹੇ ਹੋ। ਉਹ ਤਾਂ ਮਤਲਬ ਟੇਬਲ ਟਾਕ ਦੇ ਉੱਪਰ ਬਹੁਤ ਜ਼ਿਆਦਾ ਵੱਧ ਚੜ ਕੇ ਜਿਵੇਂ 2030 ਤੱਕ ਉਹਨਾਂ ਨੇ ਆਪਦੇ ਆਪ ਨੂੰ ਬਿਲਕੁਲ ਕਾਰਬਨ ਫੁੱਟਪ੍ਰਿੰਟ ਘਟਾਉਣ ਦੀ ਗੱਲ ਕੀਤੀ ਹੈ। ਬਿਲਕੁਲ ਹੀ। ਬਟ ਜਿਹੜੀਆਂ NGOs ਨੇ, ਖਾਸ ਕਰ ਜਿਵੇਂ ਡੇਵਿਡ ਸੁਜ਼ੂਕੀ ਫਾਊਂਡੇਸ਼ਨ ਹੈ, ਉਹ ਕਾਫੀ ਹੱਦ ਤੱਕ ਮਤਲਬ ਇਸ ਦੇ ਉੱਪਰ ਕੰਮ ਕਰ ਰਹੀ ਹੈ। ਓਕੇ। ਤੇ ਆਪਣੇ ਉਹਨਾਂ ਨੇ ਪ੍ਰੋਗਰਾਮ ਸਟਾਰਟ ਕੀਤੇ ਹੋਏ ਨੇ। ਠੀਕ ਹੈ। ਮੈਂ ਯਾਦ ਇੱਕ ਗੱਲ ਹੋਰ ਕਿ ਇਹ ਤਾਂ ਆਰਗੇਨਾਈਜੇਸ਼ਨ ਹੋ ਗਈਆਂ, ਸਰਕਾਰ ਦੀ ਗੱਲ ਕਰਦੇ ਹਾਂ। ਸਰਕਾਰ ਆਪਣੀ ਜ਼ਿੰਮੇਵਾਰੀ ਉੱਥੇ ਸਮਝਦੀ ਹੈ? ਮੈਨੂੰ 2 ਲਾਈਨਾਂ 'ਚ ਦੱਸੋ ਇਹਦੇ ਬਾਰੇ। ਮੈਨੂੰ ਲੱਗਦਾ ਵੀ ਸਮਝਦੀ ਤਾਂ ਹੈ, ਬਟ ਹੋਰ ਵਧੀਆ ਢੰਗ ਨਾਲ ਕੀਤਾ ਜਾ ਸਕਦਾ ਅਤੇ ਕਮੀ ਕਿੱਥੇ ਆ? ਸਰਕਾਰ ਦੀ ਵਿਲ ਪਾਵਰ 'ਚ ਕਮੀ ਆ ਜਾਂ ਉਹਨਾਂ ਕੋਲੇ ਮੈਨ ਪਾਵਰ ਦੀ ਕਮੀ ਹੈ ਇਸ ਚੀਜ਼ ਨੂੰ ਕਰਨ ਲਈ? ਕਿਉਂਕਿ ਸੁਣਦੇ ਹਾਂ ਕਿ ਕੋਵਿਡ ਤੋਂ ਬਾਅਦ ਤਾਂ ਕੈਨੇਡਾ ਦੀ ਜਿਹੜੀ ਇਕੋਨਮੀ ਹੈ ਕਾਫੀ ਡਾਊਨ ਹੋਈ ਆ, ਕਿਉਂਕਿ ਉਹਨਾਂ ਨੂੰ ਵਰਕਿੰਗ ਜਿਹੜੀ ਮੈਨ ਪਾਵਰ ਆ ਉਹ ਨਹੀਂ ਮਿਲ ਰਹੀ। ਉਹਨਾਂ ਨੇ ਆਪਣੇ ਵੀਜ਼ਾਜ਼ ਨੂੰ ਘਟਾਤਾ ਆ, ਜਿਹੜੀ ਉਹਨਾਂ ਦੀਆਂ ਰਿਸਟ੍ਰਿਕਸ਼ਨਸ ਹੁੰਦੀਆਂ ਸੀ, ਜਾਂ ਉਹਨਾਂ ਦੇ ਜਿਹੜਾ ਆਪਾਂ ਕਹਿੰਦੇ ਹਾਂ ਮਿਆਰ ਘਟਾਤਾ ਆ ਅਤੇ ਲੋਕਾਂ ਨੂੰ ਇਮੀਗ੍ਰੇਟ ਕਰਨ ਲਈ। ਅਤੇ ਮੈਨੂੰ ਤੁਹਾਨੂੰ ਲੱਗਦਾ ਕਿ ਉੱਥੇ ਜਿਹੜੇ ਸਟੂਡੈਂਟਸ ਨੇ ਇੰਡੀਆ ਦੇ ਵਿੱਚ ਜਿਹੜੇ, ਜਾਂ ਮੈਂ ਕਹਿੰਦਾ ਜਿਹੜੇ ਸਾਰੇ ਸਾਨੂੰ ਸਟੂਡੈਂਟ ਨੇ ਬਾਇਓਲੋਜੀ ਕਾਲਜ ਦੇ ਸਟੂਡੈਂਟਸ, ਕਿ ਇਹੋ ਜਿਹੇ ਸਕਿਲਡ ਲੋਕਾਂ ਦੀ ਜੋ ਕੁਦਰਤੀ ਸੋਮੇ ਦੀ ਰੱਖਿਆ ਕਰ ਸਕਣ ਜਾਂ ਫੋਰੈਸਟ ਫਾਇਰ ਤੋਂ ਬਚਾਉਣ, ਇਹੋ ਜਿਹੇ ਲੋਕਾਂ ਦੀ ਉੱਥੇ ਲੋੜ ਹੈ? ਬਿਲਕੁਲ ਲੋੜ ਹੈ। ਅਤੇ ਜਿਹੜੀ ਗਵਰਨਮੈਂਟ ਆ ਉਹਦੀ ਵਿਲ ਪਾਵਰ ਤਾਂ ਜ਼ਰੂਰ ਹੈ ਕਿ ਕੁਛ ਕਰਨਾ। ਹਰ ਸਾਲ ਜਿਵੇਂ ਫੋਰੈਸਟ ਕਲੀਅਰ ਹੁੰਦੇ ਨੇ ਵਾਈਲਡ ਫਾਇਰ ਕਰਕੇ, ਤਾਂ ਉਹ ਨਵੇਂ ਜਿਹੜੀਆਂ ਸੈਪਲਿੰਗਸ ਨੇ ਉਹ ਲਗਾਉਂਦੇ ਨੇ ਉੱਥੇ। ਅਤੇ ਤੁਹਾਨੂੰ ਮਤਲਬ ਈਜ਼ੀਲੀ ਉੱਥੇ ਤੁਸੀਂ ਜਾਂਦੇ ਹੋ, ਤੁਹਾਨੂੰ ਵਾਈਲਡ ਫਾਇਰ ਵਾਲੇ ਵੀ ਦਿਖ ਜਾਣਗੇ ਜਿਹੜੇ ਬਿਲਕੁਲ ਕਾਲੇ ਹੋ ਚੁੱਕੇ ਨੇ ਮਾਊਂਟੇਨ, ਅਤੇ ਤੁਹਾਨੂੰ ਨਵੇਂ ਵੀ ਦਿਖ ਜਾਣਗੇ। ਪਰ ਪ੍ਰੋਬਲਮ ਕੀ ਆਉਂਦੀ ਹੈ, ਕਈ ਵਾਰ ਇਕੋਨਮੀ ਨੂੰ ਇੱਕ ਮੇਨਟੇਨਡ ਪੋਜੀਸ਼ਨ 'ਚ ਰੱਖਣ ਦੇ ਲਈ ਤਾਂ ਸਰਕਾਰਾਂ ਨੂੰ ਕੁਝ ਅਗੇਂਸਟ ਦਾ ਇਨਵਾਇਰਮੈਂਟ ਜਾਣਾ ਪੈਂਦਾ ਹੈ। ਤਾਂ ਇਹ ਚੀਜ਼ ਹੈਗੀ ਹੈ। ਚਲੋ, ਇਹ ਤਾਂ ਦੇਖੋ ਇਕੋਨਮੀ ਅਤੇ ਇਕੋਲੋਜੀ ਜਿਹੜੀਆਂ ਨੇ ਬਰਾਬਰ ਚੱਲਣ ਵਾਲੀਆਂ ਟਰਮਸ ਨੇ। ਲੌਂਗ ਟਰਮ ਦੇ ਲਈ ਸਾਨੂੰ ਲੱਗਦਾ ਇਕੋਲੋਜੀ ਵੱਲ ਧਿਆਨ ਦੇਣਾ ਚਾਹੀਦਾ। ਜਿਹੜਾ ਇੱਕ ਕਹਾਵਤ ਹੈ ਕਿ ਇਕੋਨੋਮਿਸਟ ਅਤੇ ਇਕੋਲੋਜਿਸਟ ਕਦੀ ਦੋਸਤ ਵੀ ਨਹੀਂ ਹੋ ਸਕਦੇ, ਕਿਉਂਕਿ ਜੇ ਇੱਕ ਰੁੱਖ ਖੜ੍ਹਾ ਹੈ, ਮੈਨੂੰ ਲੱਗਦਾ ਕੋਈ ਇਕੋਲੋਜਿਸਟ ਉਹਨੂੰ ਕਈ ਤਰ੍ਹਾਂ ਨਾਲ ਤੋਲਦਾ ਹੈ। ਜਿਹੜਾ ਇਕੋਨੋਮਿਸਟ ਆ ਉਹਨੂੰ ਉਹਦੇ ਤੋਂ ਸਿਰਫ ਕੁਛ ਹਜ਼ਾਰਾਂ ਰੁਪਏ ਦੀ ਲੱਕੜ ਦਿਖਦੀ ਹੈ, ਜਾਂ ਉਹਦੇ ਤੋਂ ਐਸੈਂਸ਼ੀਅਲ ਆਇਲ ਹੋ ਗਿਆ, ਜਾਂ ਉਹ ਤੋਂ ਫਰਨੀਚਰ ਕਿੰਨੇ ਕੁ ਦਾ ਬਣ ਸਕਦਾ ਹੈ, ਉਹਨੂੰ ਸ਼ਾਇਦ ਉਹਦਾ ਸਿਰਫ ਉਹਨਾਂ ਕੀ ਯੂਜ਼ ਜਿਹੜਾ ਦਿਖਦਾ। ਪਰ ਆਈ ਥਿੰਕ ਜਿਹੜਾ ਇਕੋਲੋਜਿਸਟ ਆ ਉਹਨੂੰ ਦਿਖਦਾ ਕਿ ਇੱਕ ਰੁੱਖ ਖੜ੍ਹਾ ਹੈ, ਉਹਨੇ ਕਿੰਨੇ ਸਾਲ ਦੀ ਉਮਰ ਤੱਕ ਆਕਸੀਜਨ ਦਿੱਤੀ ਹੈ। ਅਤੇ ਅਸੀਂ ਹੁਣ ਕੋਵਿਡ 'ਚ ਦੇਖਿਆ ਹੈ ਆਕਸੀਜਨ ਸਿਲੰਡਰ ਕਿੰਨੇ ਮਹਿੰਗੇ ਵਿਕਦੇ ਰਹੇ ਨੇ, ਅਤੇ ਇੱਕ ਰੁੱਖ 'ਚ ਸਾਨੂੰ ਹਰ ਸਾਲ 8-10 ਲੀਟਰ ਆਕਸੀਜਨ, ਮੈਂ ਤਾਂ ਬਹੁਤ ਘੱਟ ਨੰਬਰ ਦੱਸ ਰਿਹਾ, ਜੇ ਆਮ ਬੰਦੇ ਦੀ ਭਾਸ਼ਾ ਦੱਸੀਏ ਕਿ 8-10 ਲੀਟਰ ਆਕਸੀਜਨ ਵੀ ਦਿੰਦਾ ਕੁਛ ਮਹੀਨਿਆਂ 'ਚ ਜਾਂ ਸਾਲ 'ਚ। ਅਤੇ ਉਹ ਆਪਦਾ ਕਰੀਬਨ 60% 70% ਜਿਹੜਾ ਬੋਡੀ ਮਾਸ ਹੈ ਉਹ 'ਚ ਪਾਣੀ ਹੁੰਦਾ। ਅਤੇ ਹੁਣ ਉੱਥੇ ਤਾਂ ਬਹੁਤ ਸਾਰੇ ਇਹੋ ਜਿਹੇ ਸਪੀਸ਼ੀਜ਼ ਨੇ, ਮੈਪਲ ਟਰੀ ਆ, ਉਹ ਤੋਂ ਸਿਰਫ ਕੱਢਿਆ ਜਾਂਦਾ, ਅਤੇ ਹੈ ਤਾਂ ਉਹ ਵੀ ਕੁਦਰਤੀ ਰਿਸੋਰਸ। ਅਤੇ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ, ਜਿਹੜਾ ਇਕੋਲੋਜਿਸਟ ਆ ਸ਼ਾਇਦ ਉਹ ਇਸ ਤਰ੍ਹਾਂ ਨਾਪਦਾ, ਅਤੇ ਉਹਦੇ ਲਈ ਉਹ ਪੇੜ ਦੀ ਜਿਹੜੀ ਕੀਮਤ ਆ, ਰੁੱਖ ਦੀ ਕੀਮਤ ਆ, ਉਹ ਕਈ ਹਜ਼ਾਰਾਂ ਡਾਲਰ ਹੋ ਜਾਂਦੀ ਹੈ। ਜੇ ਹਿੰਦੁਸਤਾਨ ਦੇ ਰੁਪਈਆਂ 'ਚ ਕਹੀਏ ਤਾਂ ਇੱਕ ਰੁੱਖ ਜਿਹੜਾ ਹੈ ਉਹ ਲੱਖਾਂ ਰੁਪਈਆਂ ਦਾ ਬਣ ਜਾਂਦਾ, ਜਿਹੜੀ ਉਹ ਸਾਨੂੰ ਸਰਵਿਸਿਜ਼ ਜਿਹੜੀਆਂ ਪ੍ਰੋਵਾਈਡ ਕਰਦਾ। ਬਾਕੀ ਜਿਹੜਾ ਕੁਦਰਤੀ ਸੋਰਸ, ਜਿਹੜੀ ਮਿੱਟੀ ਦਾ ਖੋਰ ਨੂੰ ਰੋਕਣਾ, ਜਾਂ ਉਸ ਤੋਂ ਇਲਾਵਾ ਕਾਰਬਨ ਨੂੰ ਰੋਕ ਕੇ ਰੱਖਣਾ, ਬਹੁਤ ਅੱਛਾ। ਹੁਣ ਜਿਹੜੀ ਵਰਲਡ ਫੋਰੈਸਟ ਇੱਕ ਇੰਪੋਰਟੈਂਟ ਟੌਪਿਕ ਯਾਦ ਹੁੰਦਾ, ਜਿਹੜਾ ਵਰਲਡ ਫੋਰੈਸਟ ਪੂਰੇ ਵਰਲਡ ਦੇ ਵਿੱਚ ਫੋਰੈਸਟ ਫਾਇਰਸ ਲੱਗ ਰਹੀਆਂ ਨੇ, ਉਹਦਾ ਇਨਵਾਇਰਮੈਂਟ ਉੱਪਰ ਕੀ ਇਫੈਕਟ ਪੈ ਰਿਹਾ? ਵੱਡਾ ਇੰਪੈਕਟ ਜਿਹੜਾ ਕਿ ਅਸੀਂ ਅਵੋਇਡ ਨਹੀਂ ਕਰ ਸਕਦੇ, ਉਹਨੂੰ ਅਸੀਂ ਅਣਦੇਖਾ ਨਹੀਂ ਕਰ ਸਕਦੇ, ਜਿਹੜਾ ਇੰਪੈਕਟ ਹੋ ਰਿਹਾ, ਜਿਹੜਾ ਸਭ ਨੂੰ ਧਿਆਨ ਦੇਣ ਦੀ ਲੋੜ ਆ। ਮੇਨ ਇੰਪੈਕਟ ਤਾਂ ਇਹੀ ਹੈ ਕਿ ਕਾਰਬਨ ਡਾਈਆਕਸਾਈਡ ਅਤੇ ਹੋਰ ਜਿਹੜੀਆਂ GHG ਗ੍ਰੀਨ ਹਾਊਸ ਗੈਸਿਸ ਨੇ ਉਹ ਰਿਲੀਜ਼ ਹੁੰਦੀਆਂ ਨੇ ਵਾਈਲਡ ਫਾਇਰ 'ਚੋਂ, ਜਿਹਦੇ ਕਰਕੇ ਆਪਣਾ ਜਿਹੜਾ ਟੈਂਪਰੇਚਰ ਹੈ ਅਰਥ ਦਾ ਉਹ ਇਨਕਰੀਜ਼ ਹੋ ਰਿਹਾ, ਜਿਹਦੇ ਕਰਕੇ ਆਈਸਬਰਗਸ ਪਿਘਲ ਰਹੇ ਨੇ, ਜਾਂ ਪੋਲਰ ਆਈਸ ਕੈਪ ਪਿਘਲ ਰਹੀ ਹੈ, ਜਿਹਦੇ ਕਰਕੇ ਸੀ ਲੈਵਲ ਰਾਈਜ਼ ਹੋ ਰਿਹਾ, ਜਿਹਦੇ ਕਰਕੇ ਦੋਨੇ ਪੋਲ ਦੇ ਉੱਪਰ ਜਿਹੜਾ ਆ ਬਰਫ਼ ਦੀ ਜਿਹੜੀ ਇੱਕ ਸਦਾ ਕਹਿੰਦੇ ਆ ਬਾਹਰ ਬਰਫ਼ ਪਰਤ ਹੈ, ਜਿਹੜੀ ਸਦੀਆਂ ਤੋਂ ਉੱਥੇ ਹੈਗੀ ਆ, ਉਹ ਘਟ ਰਹੀ ਹੈ, ਪਿਘਲ ਰਹੀ ਆ, ਉਹਦੇ ਕਰਕੇ ਪੋਲਰ ਅਲੱਗ-ਅਲੱਗ ਅੱਗੇ ਜਿਹੜੀਆਂ ਪ੍ਰੋਬਲਮਸ ਆਉਣੀਆਂ ਨੇ ਉਹ ਆਪਾਂ ਫਿਰ ਕਿਸੇ ਦਿਨ ਡਿਸਕਸ ਕਰ ਸਕਦੇ ਹਾਂ। ਹਾਂ, ਇੱਕ ਜਿਹੜਾ ਮੈਨੂੰ ਲੱਗਦਾ ਕਿ ਉਹਦੇ 'ਚ ਸਭ ਤੋਂ ਵੱਡਾ ਇੱਕ ਰੀਸੈਂਟਲੀ ਤੁਸੀਂ ਤਾਂ ਇੱਥੇ ਆਏ ਹੋਏ ਹੋ, ਮੈਂ ਸੁਣਿਆ ਵੀ, ਦੇਖਿਆ ਵੀ, ਮੇਰੇ ਬੜੇ ਸਾਰੇ ਦੋਸਤ ਮਿੱਤਰ ਜਿਹੜੇ ਟੋਰਾਂਟੋ 'ਚ ਜਾਂ ਵੈਨਕੂਵਰ BC 'ਚ ਰਹਿੰਦੇ ਨੇ, ਅਤੇ ਉੱਧਰੋਂ ਅਮਰੀਕਨ ਬਫਲੋ ਸ਼ਹਿਰ ਹੈ ਜੀ, ਉੱਥੇ ਰਹਿੰਦੇ ਨੇ। ਅਸੀਂ ਸਾਰਿਆਂ ਨੇ ਨਿਊਜ਼ 'ਚ ਵੀ ਦੇਖੀਆਂ, ਮੈਂ ਤਾਂ ਪਰਸਨਲੀ ਵੀ ਬੜੇ ਲੋਕਾਂ ਨੂੰ ਜਾਣਦਾ,
ਜਿਨ੍ਹਾਂ ਨੂੰ ਕੈਜੂਅਲਟੀਜ਼ ਹੋਈਆਂ, ਜਿਨ੍ਹਾਂ ਦੇ ਫੈਮਿਲੀ ਨੂੰ ਨੁਕਸਾਨ ਹੋਇਆ। ਬਿਲਕੁਲ। ਉੱਥੇ ਨੌਰਡਿਕ ਸਾਈਕਲ ਦਾ ਹੁਣ ਸਾਈਕਲੋਨ ਚੱਲਿਆ ਹਾਂਜੀ। ਅਤੇ ਉਹਦੇ 'ਚ ਜਿੱਥੇ ਬਰਫ਼ ਪੈਂਦੀ ਸੀ ਉੱਥੇ ਮੀਂਹ ਪੈਣ ਲੱਗ ਗਿਆ, ਜਿੱਥੇ ਮੀਂਹ ਪੈਣਾ ਚਾਹੀਦਾ ਸੀ ਉੱਥੇ ਬਰਫ਼ ਪੈ ਗਈ। ਜਿਵੇਂ BC ਦੇ ਵਿੱਚ ਹੁਣ ਵੈਨਕੂਵਰ 'ਚ ਇਸ ਟਾਈਮ ਵੀ ਮੇਰੇ ਖਿਆਲ ਸਨੋ ਹੈ, ਕੈਲਗਰੀ 'ਚ ਵੀ ਸਨੋ ਪਿਆ ਹੋਇਆ, ਠੀਕ ਹੈ, ਉਹਨਾਂ ਦੇ ਐਡਮਿੰਟਨ ਦੇ ਵਿੱਚ ਸਨੋ ਹੈ। ਅਤੇ ਇੱਧਰ ਟੋਰਾਂਟੋ ਵਾਲੇ ਪਾਸੇ ਦੇਖੀਏ ਤਾਂ ਇੱਥੇ ਸਾਈਕਲੋਨ ਆ ਗਿਆ, ਜਿਹੜਾ ਮੀਂਹ ਝੱਖੜ ਤੂਫਾਨ ਆ ਗਿਆ ਪੂਰੀ ਪੀਕ ਵਿੰਟਰ ਦੇ ਵਿੱਚ। ਟੈਂਪਰੇਚਰ ਬਹੁਤ ਥੱਲੇ ਚਲਾ ਗਿਆ। ਲੋਕਾਂ ਮੈਂ ਦੇਖਿਆ ਨਿਆਗਰਾ ਫਾਲ ਦੇ ਆਲੇ ਦੁਆਲੇ ਦੇ ਏਰੀਏ ਦੇਖੇ, ਜਿਹੜੇ ਪੂਰੇ ਦੇ ਪੂਰੇ ਘਰ ਨੇ ਉਹ ਐਂ ਲੱਗਦਾ ਜਿਵੇਂ ਕਿਸੇ ਨੇ ਪਾਣੀ ਸਿੱਟਤਾ ਹੁੰਦਾ ਉੱਪਰ ਅਤੇ ਉਹ ਪਾਣੀ ਉੱਥੇ ਹੀ ਜੰਮ ਗਿਆ। ਬੜਾ ਮਤਲਬ ਇੱਕ ਕਹਿੰਦੇ ਨਾ ਭਿਆਨਕ ਦ੍ਰਿਸ਼ ਸੀਗਾ। ਬਿਲਕੁਲ। ਅਤੇ ਮੈਨੂੰ ਯਾਦ ਹੁੰਦਾ ਇੱਕ ਗੱਲ ਬੜੀ ਮੈਂ ਤੁਹਾਨੂੰ ਦੱਸਦਾ ਕਿ ਮੈਨੂੰ ਫੀਲ ਹੋਈ। ਅਸੀਂ ਜਿਹੜੇ ਹਿੰਦੁਸਤਾਨ ਦੇ ਲੋਕ ਆਏ ਹਾਂ, ਅਸੀਂ ਇਸ ਖਿੱਤੇ ਦੇ ਇੱਧਰ ਦੇ ਲੋਕ ਹੈ, ਏਸ਼ੀਆ ਦੀ ਗੱਲ ਹੀ ਕਰ ਲਈਏ, ਜਿਹੜੇ ਜੰਗਲਾਂ ਦੇ ਕੋਲ ਰਹਿੰਦੇ ਨੇ, ਉਹ ਅਸੀਂ ਐਂ ਸੋਚਦੇ ਹਾਂ ਕਿ ਕੁਦਰਤ ਦੇ ਨਾਲ ਰਚ ਮਚ ਕੇ ਰਹਿਣਾ ਜਾਂ ਇਹਦੇ ਨਾਲ ਹਿੱਲ ਮਿਲ ਕੇ ਰਹਿਣਾ। ਬਿਲਕੁਲ। ਕਿਵੇਂ ਉਹਦੇ ਨਾਲ ਇੱਕ ਸੌਹਾਰਦ ਬਣਾ ਕੇ ਰਿਹਾ ਜਾਵੇ। ਮੈਂ ਨਿਊਜ਼ ਸੁਣ ਰਿਹਾ ਸੀਗਾ ਇੱਕ US ਦੀ ਕਿਸੇ ਨਿਊਜ਼ ਏਜੰਸੀ ਦੀ, ਅਤੇ ਉੱਥੇ ਉਹਨਾਂ ਦੀ ਲੀਡਰ ਕੋਈ ਕਹਿ ਰਹੀ ਸੀ ਕਿ ਅੰਗਰੇਜ਼ੀ ਸੀ ਉਹ, ਕਿ ਸਾਨੂੰ ਨਾ ਕੁਦਰਤ ਦੇ ਨਾਲ ਜਿਹੜੀ ਇਹ ਜੰਗ ਹੈ ਨਾ, ਇਹਦੇ 'ਚ ਅਸੀਂ ਜਿੱਤਣਾ। ਅਤੇ ਮੈਨੂੰ ਲੱਗਿਆ ਕਿ ਇਹ ਲੋਕ ਆਪਦੇ ਆਪ ਨੂੰ ਕੁਦਰਤ ਦੇ ਵਿੱਚ ਨਾਲ ਜੰਗ 'ਚ ਮਹਿਸੂਸ ਕਰਦੇ ਨੇ, ਨਾ ਕਿ ਕੁਦਰਤ ਦੇ ਨਾਲ ਮਹਿਸੂਸ ਕਰਦੇ ਨੇ। ਉਹ ਇਹ ਨਹੀਂ ਸੋਚਦੇ ਕਿ ਕੁਦਰਤ ਨੇ ਸਾਨੂੰ ਸਾਡੇ ਕਰੇ ਦਾ ਫਲ ਜਿਹੜਾ ਮੋੜਿਆ, ਇਹਦੀ ਬਜਾਏ ਸੋਚਦੇ ਨੇ ਕਿ ਸ਼ਾਇਦ ਕੁਦਰਤ ਨੇ ਉਹਨਾਂ ਦੇ ਖਿਲਾਫ ਜੰਗ ਛੇੜਦੀ ਹੈ। ਬਿਲਕੁਲ। ਜਦ ਕਿ ਉਹ ਸਾਡਾ ਹੀ ਕਰਿਆ ਕਰਮਾਂ ਦਾ ਜਿਹੜਾ ਫਲ ਹੈ ਸ਼ਾਇਦ ਹੈਗਾ। ਅਸੀਂ ਨੌਰਡਿਕ ਸਾਈਕਲ 'ਚ ਜਿਹੜਾ ਉੱਧਰ ਨੌਰਡਿਕ ਕੰਟਰੀਜ਼ ਨੇ, ਇੱਧਰ ਉੱਪਰ ਜਿਹੜੀਆਂ ਆਰਕਟਿਕ ਸਾਈਕਲ ਦੇ ਕੋਲ ਕੰਟਰੀਜ਼ ਨੇ, ਆਈ ਥਿੰਕ ਉੱਥੇ ਸਾਰਾ ਟੈਂਪਰੇਚਰ ਡਾਊਨ ਹੋ ਗਿਆ। ਮੈਂ ਡਾਕੂਮੈਂਟਰੀਜ਼ ਵੀ ਦੇਖੀਆਂ ਕਈ ਕਿ ਸਮੁੰਦਰ ਦੀ ਜਿਹੜੀ ਉੱਪਰ ਬਰਫ਼ ਦੀ ਪਰਤ ਹੈ ਘਟ ਰਹੀ ਹੈ, ਨੁਕਸਾਨ ਹੋ ਰਿਹਾ ਹੈ। ਅਤੇ ਯਾਦਵਿੰਦਰ, ਇਸ ਤੋਂ ਇਲਾਵਾ ਫੋਰੈਸਟ ਫਾਇਰ ਦੀ ਹੁਣ ਆਪਾਂ ਗੱਲ ਕੀਤੀ ਹੈ, ਅਤੇ ਇੱਕ ਪੁਆਇੰਟ ਹੋਰ ਬੜਾ ਇੰਪੋਰਟੈਂਟ ਹੈ ਕਿ ਜਿਹੜੀਆਂ ਸਪੀਸ਼ੀਜ਼ ਨੇ ਰੁੱਖਾਂ ਦੀਆਂ, ਨੇਟਿਵ ਸਪੀਸ਼ੀਜ਼ ਜਿਹਨੂੰ ਕਹਿੰਦੇ ਆ ਆਪਾਂ, ਫੋਰੈਸਟ ਫਾਇਰ ਦੇ ਨਾਲ ਇਹਨਾਂ ਦੇ ਉੱਪਰ ਕੀ ਇਫੈਕਟ ਪਿਆ, ਤੁਹਾਨੂੰ ਕੁਛ ਇਹਦੇ ਬਾਰੇ ਨੌਲੇਜ ਹੈ? ਕੈਨੇਡਾ ਦੇ ਵਿੱਚ ਇਹੀ ਹੈ ਕਿ ਉਹਨਾਂ ਦੀ ਜਿਹੜੀ ਆਪਾਂ ਕਹੀਏ ਕਿ ਪੋਪੂਲੇਸ਼ਨ ਹੈ ਉਹ ਤਾਂ ਘਟੀ ਹੈ ਜ਼ਰੂਰ, ਹਾਂ, ਅਤੇ ਬਟ ਗਵਰਨਮੈਂਟਸ ਆਪਣੇ ਇੱਥੇ NGOs ਕੰਮ ਕਰਦੀਆਂ ਨੇ, ਉੱਥੇ ਉਹ ਗਵਰਨਮੈਂਟ ਕਰ ਰਹੀ ਹੈ ਆਲਰੇਡੀ। ਇਹ ਨਹੀਂ ਹੈਗਾ ਕਿ ਉਹ ਹਰ ਸਾਲ ਕਈ ਲੱਖ ਦਰਖਤ ਨੇ ਜਿਹੜੇ, ਕਈ ਮਿਲੀਅਨ ਕਹਿ ਸਕਦੇ ਹਾਂ, ਮਤਲਬ ਕਰੋੜਾਂ 'ਚ ਆ ਗਏ, ਅਤੇ ਕਈ ਮਿਲੀਅਨ ਦਰਖਤ ਨੇ ਜਿਹੜੇ ਹਰ ਸਾਲ ਟਰਾਂਸਪਲਾਂਟ ਹੁੰਦੇ ਨੇ ਦੁਬਾਰਾ, ਅਤੇ ਸੋ ਦੈਟ ਉੱਥੋਂ ਦਾ ਜਿਹੜਾ ਫਲੋਰਾ ਉਹ ਬਚਿਆ ਰਹੇ, ਨਾਲ ਫੌਨਾ ਵੀ। ਅਤੇ ਇਹ ਚੀਜ਼ ਹੈਗੀ ਹੈ। ਠੀਕ ਹੈ। ਇਹ ਤਾਂ ਤੁਸੀਂ ਚਲੋ ਗਵਰਨਮੈਂਟ ਦੀ ਗੱਲ ਕੀਤੀ। ਮੇਰੇ 2-3 ਸਵਾਲ ਹੋਰ ਨੇ, ਮੈਨੂੰ ਲੱਗਦਾ ਮੈਂ ਇਹਨੂੰ ਖਤਮ ਹੀ ਕਰਦਾ ਛੇਤੀ ਤੋਂ ਛੇਤੀ। ਅਤੇ ਦੇਖੋ, ਜਿਹੜਾ ਕੈਨੇਡਾ ਆ ਉਹ ਹੈਗਾ ਇੱਕ ਬੜੀ ਕਹਿ ਲਓ ਨਾ ਕਿ ਉਹ ਧਰਤੀ ਦੇ ਉੱਪਰ ਦੇ ਜਿਹੜਾ ਆਪਣਾ ਗੋਲਾ ਹੈ, ਅੱਧ ਜਿਹੜਾ ਉੱਤੇ ਹੈ, ਅਤੇ ਉੱਤਰੀ ਧਰੁਵ ਦੇ ਕੋਲ ਹੈ। ਬਿਲਕੁਲ। ਅਤੇ ਉੱਥੋਂ ਦਾ ਟੈਂਪਰੇਚਰ ਬੜਾ ਹਾਰਸ਼ ਵੈਦਰ ਹੈ। ਬਿਲਕੁਲ। ਗਰਮੀਆਂ ਤਾਂ ਬਿਲਕੁਲ ਹੀ, ਕਈ ਵਾਰੀ ਕਹਿੰਦੇ ਬਹੁਤ, ਪਿਛਲੇ ਸਾਲ ਤਾਂ ਲੋਕਾਂ ਨੇ ਕਹਿੰਦੇ ਬਹੁਤ ਗਰਮੀਆਂ, ਅੱਗ ਲੱਗ ਰਹੀ ਹੈ ਕਿ ਸ਼ਹਿਰ ਮੱਚ ਰਹੇ ਨੇ। ਦੂਜੇ ਪਾਸੇ ਉੱਥੇ ਡੈਥਸ ਵੀ ਹੋਈਆਂ ਨੇ ਗਰਮੀ ਕਰਕੇ। ਮਤਲਬ ਦੂਜੇ ਪਾਸੇ ਮੇਰੇ ਘਰੋਂ ਮੇਰੇ ਫਾਦਰ ਜਾਂ ਮੇਰੇ ਰਿਲੇਟਿਵਸ ਉੱਥੇ ਰਹਿੰਦੇ, ਐਡਮਿੰਟਨ ਗਏ ਹੋਏ, ਦੱਸਦੇ ਸੀ ਕਿ ਉੱਥੇ ਟੈਂਪਰੇਚਰ ਜਿਹੜਾ -40 ਹੋ ਰਿਹਾ ਹੈ ਇੱਕ ਸਿਟੀ ਦੇ ਵਿੱਚ। ਬਿਲਕੁਲ। ਅਤੇ ਉੱਥੇ ਮਤਲਬ ਕਿਸ ਤਰ੍ਹਾਂ ਰਹਿਣਾ, ਇਹ ਇੰਨੇ ਦੋ ਐਕਸਟ੍ਰੀਮ ਟੈਂਪਰੇਚਰ ਜਿਸ ਕੰਟਰੀ 'ਚ ਹੈਗੇ ਨੇ, ਮਤਲਬ ਉਹ ਕੰਟਰੀ ਦਾ ਜਿਹੜਾ ਮਾਈਕਰੋ ਕਲਾਈਮੇਟ ਹੈ, ਜਿਹੜਾ ਸੂਖਸ਼ਮ ਜਿਹੜਾ ਉੱਥੋਂ ਦਾ ਵਾਤਾਵਰਨ ਹੈ, ਉਹ ਇੰਨਾ ਕੁ ਜ਼ਿਆਦਾ ਸੈਂਸਿਟਿਵ ਹੈ ਕਿ ਤੁਸੀਂ ਬਾਹਲੀ ਛੇੜਛਾੜ ਤਾਂ ਨਾ ਕਰ ਨਹੀਂ ਸਕਦੇ। ਹਾਂਜੀ। ਅਤੇ ਇਹਦੇ 'ਚ ਤੁਹਾਡੇ ਇਹਦੇ 'ਚ ਇਨਪੁਟ ਕੀ ਹੈ ਇਹਦੇ ਬਾਰੇ? ਮਤਲਬ ਕਿਸ ਤਰ੍ਹਾਂ ਤੁਸੀਂ ਕਹੋਗੇ? ਮੈਂ ਪੁੱਛਦਾ ਕਿ ਜਿਹੜੇ ਹੁਣ ਕੈਨੇਡਾ ਦੇ ਵਿੱਚ ਜਿਹੜਾ ਇੰਨਾ ਜ਼ਿਆਦਾ ਇੰਡਸਟਰੀਅਲਾਈਜੇਸ਼ਨ ਜਾਂ ਇੰਨੀ ਜ਼ਿਆਦਾ ਉੱਥੇ ਐਕਸਟ੍ਰੈਕਸ਼ਨ ਹੁੰਦੀ ਆ, ਓਲਡ ਫੋਰੈਸਟ ਕੱਟੇ ਜਾ ਰਹੇ ਆ, ਇੱਥੇ ਹੁਣ ਫੋਰੈਸਟ ਫਾਇਰ ਦੇ ਕੇਸਿਸ ਫੋਰ ਐਗਜ਼ਾਮਪਲ ਵੱਧ ਰਹੇ ਆ, ਅਤੇ ਉਹ ਜਿਹੜੀ ਇੱਕ ਜਗ੍ਹਾ ਆਲਰੇਡੀ ਬਹੁਤ ਜ਼ਿਆਦਾ ਸੈਂਸਿਟਿਵ ਹੈ, ਹਾਂਜੀ, ਉੱਥੇ ਹੁਣ ਆ ਫੋਰੈਸਟ ਫਾਇਰ ਜਦੋਂ ਵਧਣ ਦੇ ਜਿਹੜੇ ਕੇਸਿਸ ਵੱਧ ਰਹੇ ਨੇ, ਉਹਦਾ ਹੁਣ ਅੱਗੇ ਲੌਂਗ ਰਨ 'ਤੇ ਕੀ ਪ੍ਰਭਾਵ ਪੈ ਸਕਦਾ? ਲੌਂਗ ਰਨ 'ਤੇ ਇਹੀ ਕਹਾਂਗੇ ਕਿ ਕਿਉਂਕਿ ਇੱਕ ਤਾਂ ਇੰਨੇ ਸਾਲਾਂ ਤੋਂ ਦਰਖਤਾਂ ਨੇ ਆਲਰੇਡੀ ਇਵੋਲਵ ਹੋ ਕੇ ਫੋਰੈਸਟ ਤਿਆਰ ਕੀਤਾ। ਠੀਕ ਹੈ। ਹਿਊਮਨ ਜਿੰਨੇ ਮਰਜ਼ੀ ਆਪਾਂ ਮੈਨ ਪਾਵਰ ਲੈ ਆਈਏ, ਬਟ ਉਹਨੂੰ ਆਪਾਂ ਵਧਾ ਨਹੀਂ ਸਕਦੇ ਕਿ ਟਰਾਂਸਪਲਾਂਟੇਸ਼ਨ ਬਹੁਤ ਤੇਜ਼ੀ ਨਾਲ ਆਪਾਂ ਉਸ ਲੈਵਲ 'ਤੇ ਲੈ ਆਈਏ ਕਿ ਦੁਬਾਰਾ ਆਪਾਂ ਨੂੰ ਫੋਰੈਸਟ ਮਿਲ ਜਾਣ ਜਾਂ ਓਲਡ ਗਰੋਥ ਫੋਰੈਸਟ ਮਿਲ ਜਾਣ। ਤਾਂ ਉਹਦੇ ਨਾਲ ਇਕੋਲੋਜੀ ਓਬਵੀਅਸ ਹੀ ਗੱਲ ਹੈ ਚੇਂਜ ਹੋਊਗੀ। ਬਿਲਕੁਲ। ਅਤੇ ਮਾਈਕਰੋ ਕਲਾਈਮੇਟ ਕਹਿ ਦਈਏ ਉਹ ਵੀ ਚੇਂਜ ਹੋਊਗਾ, ਅਤੇ ਕੁਛ ਜਿਹੜੀਆਂ ਸਪੀਸੀਜ਼ ਹਜੇ ਨਹੀਂ ਵੀ ਪਤਾ ਹੈਗੀਆਂ ਉਹ ਵੀ ਹੋ ਸਕਦਾ ਨਾ ਪਤਾ ਹੋਏ ਖਤਮ ਹੋ ਜਾਣ। ਹਾਂ, ਉਹ ਤਾਂ ਚਲੋ ਉਹ ਤਾਂ ਇੱਕ ਸਾਡੇ ਕਾਲਜ 'ਚ ਕਹਿੰਦੇ ਨੇ ਕਿ ਅਸੀਂ ਹਰ ਰਾਤ 148 ਸਪੀਸ਼ੀਜ਼ ਜਿਹੜੀਆਂ ਨੇ ਧਰਤੀ ਉੱਤੋਂ ਅਲੋਪ ਹੋ ਜਾਂਦੀਆਂ, ਐਕਸਟਿੰਕਟ ਹੋ ਜਾਂਦੀਆਂ, ਜਿਨ੍ਹਾਂ ਬਾਰੇ ਸਾਨੂੰ ਬਹੁਤਿਆਂ ਬਾਰੇ ਪਤਾ ਵੀ ਨਹੀਂ, ਜ਼ਿਆਦਾਤਰ ਉਹ 'ਚ ਮਾਈਕਰੋ ਆਰਗੈਨਿਜ਼ਮਸ ਹੈ। ਬਿਲਕੁਲ। ਅਤੇ ਚਲੋ ਜੀ, ਇੱਕ ਚੀਜ਼ ਮੈਂ ਤੁਹਾਨੂੰ, ਮੇਰੇ ਸਾਰੇ ਆਲਮੋਸਟ ਸਵਾਲ ਜਿਹੜੇ ਆ ਤੁਸੀਂ ਜਵਾਬ ਮੈਨੂੰ ਦੇ ਦਿੱਤੇ ਆ। ਫੋਰੈਸਟ ਫਾਇਰ ਦਾ ਕੈਨੇਡਾ ਦੀ ਇਕੋਨਮੀ ਦੇ ਉੱਪਰ ਜਾਂ ਉੱਥੋਂ ਦੇ ਲੋਕਾਂ ਦੀ
ਲਾਈਵਲੀਹੁੱਡ ਜਿਹਨੂੰ ਕਹਿੰਦੇ ਆ, ਹਾਂਜੀ ਠੀਕ ਹੈ, ਜੀਵਨ ਦੀ ਜਿਹੜੀ ਉਹਨਾਂ ਦੀ ਪ੍ਰਕਿਰਿਆ ਆ ਉਹਦੇ ਉੱਪਰ ਕੀ ਨੈਗੇਟਿਵ ਇਫੈਕਟ ਪੈ ਰਿਹਾ? ਨੈਗੇਟਿਵ ਇਫੈਕਟ ਇਹੀ ਹੈ ਕਿ ਜਿਨ੍ਹਾਂ ਨੂੰ ਕੋਈ ਐਜ਼ਮਾ ਜਾਂ ਕੋਈ ਹੈਲਥ ਦੀਆਂ ਪ੍ਰੋਬਲਮ, ਐਜ਼ਮਾ ਮਤਲਬ ਸਾਹ ਕਹਿ ਦਈਏ, ਦਮਾ ਦਮੇ ਦੀ ਬਿਮਾਰੀ, ਤਾਂ ਉਹਦੀ ਪ੍ਰੋਬਲਮ ਹੈ ਉਹ ਬਹੁਤ ਜ਼ਿਆਦਾ ਵਧੀ ਹੈ, ਉਹ ਕੇਸਿਸ ਜ਼ਿਆਦਾ ਵਧੇ ਨੇ। ਅਤੇ ਉੱਥੇ ਤੁਸੀਂ ਕਹੀਏ ਕਿ ਟਾਈਮ ਇਜ਼ੀਕਲ ਟੂ ਮਨੀ ਲੈ ਕੇ ਚੱਲਦੇ ਨੇ, ਤਾਂ ਲੋਕ ਜਿਹੜੇ ਬਿਮਾਰ ਹੋਏ ਨੇ ਉਹਨਾਂ ਦਾ ਟੋਟਲੀ ਇਕਨੋਮੀ ਅਪ ਡਾਊਨ ਹੋ ਗਈ। ਅੱਛਾ। ਅਤੇ ਕਿਉਂਕਿ ਉਹਨਾਂ ਨੂੰ ਉਹ ਕੰਮ 'ਤੇ ਨਹੀਂ ਜਾ ਪਾ ਸਕਦੇ। ਕੋਵਿਡ ਤੋਂ ਬਾਅਦ ਤਾਂ ਖੈਰ, ਕੋਵਿਡ ਤੋਂ ਬਾਅਦ ਸ਼ਾਇਦ ਇਹ ਕੋਡ ਦੇ ਉੱਪਰ ਖਾਜ ਵਾਲੀ ਗੱਲ ਹੋਈ। ਬਿਲਕੁਲ ਹੀ। ਅਤੇ ਦੂਸਰੇ ਨੰਬਰ 'ਤੇ ਜਿਹੜੀ ਤੁਸੀਂ ਇਕੋਨਮੀ ਦੀ ਗੱਲ ਕੀਤੀ ਹੈ, ਅੱਛਾ, ਇਕੋਨਮੀ ਦੇ ਵਿੱਚ ਇਹ ਹੋਇਆ ਕਿ ਆਪਾਂ ਜਦੋਂ ਫੋਰੈਸਟ ਫਾਇਰ ਲੱਗੀ ਉਸ ਤੋਂ ਬਾਅਦ ਜਿਹੜਾ ਉੱਥੇ ਕਈ ਜਿਹੜੀਆਂ ਟਿੰਬਰ ਇੰਡਸਟਰੀ ਸੀ ਉਹਨਾਂ ਦੇ ਉੱਪਰ ਵੀ ਇੰਪੈਕਟ ਪਿਆ। ਓਕੇ। ਅਤੇ ਉਹਦੇ ਕਰਕੇ ਹੁਣ ਜਿਵੇਂ ਹਾਊਸਿਸ ਦੀ ਡਿਮਾਂਡ ਵੱਧ ਰਹੀ ਹੈ, ਉਹ ਵੀ ਇਸ ਕਰਕੇ ਇਫੈਕਟ ਹੋਈ ਹੈ ਕਿਉਂਕਿ ਟਿੰਬਰ ਓਨਾ ਮਿਲ ਨਹੀਂ ਰਿਹਾ। ਹਾਂ, ਕਿਉਂਕਿ ਸੜ ਕੇ ਸਵਾਈ ਹੋ ਗਿਆ ਤਾਂ। ਬਿਲਕੁਲ ਹੀ। ਠੀਕ ਹੈ। ਉਹਦੇ ਕਰਕੇ ਹੁਣ ਰੀਅਲ estate ਦੀਆਂ ਪ੍ਰਾਈਸਿਸ ਵੀ ਵਧੀਆ ਨੇ, ਹੋਰ ਸਾਰਾ ਕੁਝ ਇਸ ਤਰ੍ਹਾਂ। ਉਹਦੇ ਪਿੱਛੇ ਹੋਰ ਵੀ ਕਾਰਨ ਨੇ। ਓਕੇ, ਹੁਣ ਤੁਸੀਂ ਬਿਮਾਰੀ ਦੀ ਗੱਲ ਕੀਤੀ ਨਾ ਉੱਥੇ, ਕਿ ਤੁਸੀਂ ਕਹਿੰਦੇ ਹੋ ਕਿ ਦਮੇ ਦੀ ਬਿਮਾਰੀ, ਮੈਂ ਇਹਦੇ 'ਤੇ ਥੋੜ੍ਹਾ ਜਿਹਾ ਹੋਰ ਚਾਹੁੰਦਾ ਕਿ ਆਪਾਂ ਇਹਦੇ ਗੱਲ ਕਰੀਏ। ਕੈਨੇਡਾ ਦੇ ਵਿੱਚ ਜਦੋਂ ਮੇਰੇ ਕੋਈ ਦੋਸਤ ਮਿੱਤਰ ਜਾਂਦੇ ਨੇ ਨਵੇਂ ਅਤੇ ਉਹ ਦੋ ਚੀਜ਼ਾਂ ਦੀ ਸ਼ਿਕਾਇਤ ਕਰਦੇ ਨੇ। ਇੱਕ ਤਾਂ ਜਿਹੜਾ ਉੱਥੇ ਉਹ ਕਹਿੰਦੇ ਨੇ ਕਿ ਸਾਨੂੰ ਇੱਥੇ ਮਾਨਸਿਕ ਸਾਡਾ ਜਿਹੜਾ ਸੰਤੁਲਨ ਆ ਉਹ ਵਿਗੜਦਾ। ਬਿਲਕੁਲ। ਉਹ ਕਈ ਕਾਰਨ ਹੋ ਸਕਦੇ ਉਹਦੇ। ਬਿਲਕੁਲ। ਦੂਜਾ ਜਿਹੜਾ ਲੋਕ ਮੈਨੂੰ ਜਿਹੜੀ ਕਈ ਵਾਰੀ ਮੈਨੂੰ ਸੁਣਨ 'ਚ ਆਉਂਦਾ ਮੇਰੇ ਖਾਸ ਦੋਸਤਾਂ ਤੋਂ, ਜਾਂ ਖਾਸ ਤੌਰ 'ਤੇ ਜਿਹੜੇ ਸ਼ਹਿਰਾਂ ਤੋਂ ਜਾਂ ਸ਼ਹਿਰਾਂ ਤੋਂ ਬਾਹਰ ਸਬਬ ਜਿਹਨੂੰ ਕਹਿੰਦੇ ਨੇ, ਜਿੱਥੇ ਰਹਿੰਦੇ ਨੇ ਬਾਹਰਲੇ ਇਲਾਕਿਆਂ ਦੇ ਵਿੱਚ, ਉਹ ਕਹਿੰਦੇ ਨੇ ਪੋਲਨ ਗ੍ਰੇਨ ਜਿਹੜੇ ਸਾਡੀ ਆਹ ਫੁੱਲਾਂ ਦੇ ਪਰਾਗ ਤੋਂ ਜਾਂ ਰੁੱਖਾਂ ਦੇ ਹੋਰ ਪਰਾਗ ਤੋਂ ਉਹਨਾਂ ਨੂੰ ਐਲਰਜੀ ਹੋ ਜਾਂਦੀ ਹੈ। ਬਿਲਕੁਲ। ਅਤੇ ਇਹ ਫੋਰੈਸਟ ਫਾਇਰ ਤੋਂ ਬਾਅਦ ਇਹੋ ਜਿਹੇ ਜਿਹੜੇ ਸੈਂਸਿਟਿਵ ਲੋਕ ਨੇ ਜਾਂ ਇਹੋ ਜਿਹੀ ਸੈਂਸਿਟਿਵ ਵਸਤੂ ਹੈ, ਫੋਰੈਸਟ ਫਾਇਰ ਉਹਦੇ 'ਤੇ ਕੋਈ ਇਫੈਕਟ ਕਰਦੀ ਹੈ? ਬਿਲਕੁਲ ਕਰਦੀ ਹੈ। ਹਾਂ, ਇਹਦੇ ਕੋਈ ਕੇਸਿਸ 'ਚ ਵਾਧਾ ਹੋਇਆ ਜਾਂ ਘਾਟਾ ਹੋਇਆ? ਕੇਸਿਸ ਦੇ ਵਿੱਚ ਐਜ਼ ਪਰ ਦਾ ਡੇਟਾ ਤਾਂ ਵਾਧਾ ਹੋਇਆ, ਦਿਖਾਇਆ ਗਿਆ ਕਿ ਲੋਕ ਜ਼ਿਆਦਾ ਉਹ ਹੋਏ ਨੇ। ਓਕੇ। ਅਤੇ ਤਾਂ ਪੋਲਨ ਗ੍ਰੇਨਸ ਵਾਲੀ ਜਿਹੜੀ ਚੀਜ਼ ਆ ਉਹ ਤਾਂ ਸ਼ੁਰੂ ਤੋਂ ਹੀ ਹੈ ਕਿ ਉੱਥੇ ਜਿਹੜੇ ਪਲਾਂਟਸ ਨੇ, ਜਿਹੜਾ ਆਪਾਂ ਕਹੀਏ ਕਿ ਅਗਸਤ ਤੋਂ ਬਾਅਦ ਪੋਲਨ ਵਾਲਾ ਸੀਜ਼ਨ ਸਟਾਰਟ ਹੁੰਦਾ। ਬਿਲਕੁਲ ਸਟਾਰਟ ਹੁੰਦੀ ਹੈ। ਹਾਂਜੀ। ਅਤੇ ਉਸ ਟਾਈਮ 'ਤੇ ਖਾਸ ਕਰ ਜਿਹੜੇ ਪੋਪੂਲਰ ਨੇ ਜਾਂ ਹੋਰ ਟਰੀਜ਼ ਨੇ ਉਹਨਾਂ 'ਚ ਉਹ ਪੋਲਨਸ ਡਿੱਗਦੇ ਨੇ, ਉਹਦੇ ਕਰਕੇ ਉਹ ਪ੍ਰੋਬਲਮ ਆਉਂਦੀ ਹੈ। ਅਤੇ ਉਸੇ ਟਾਈਮ 'ਤੇ ਵਾਈਲਡ ਫਾਇਰ ਦਾ ਸੀਜ਼ਨ ਹੁੰਦਾ, ਤਾਂ ਉਹ ਇੱਕ ਤਰ੍ਹਾਂ ਆਪਾਂ ਕਹੀਏ ਕਿ ਇੱਕ ਚੀਜ਼ ਆਲਰੇਡੀ ਟ੍ਰਿਗਰ ਹੋਈ ਹੈ ਅਤੇ ਉਹਦੇ ਨਾਲ ਹੋਰ ਐਕਸਟ੍ਰੀਮ ਹੋ ਜਾਂਦਾ। ਕਿਉਂਕਿ ਉਹਦੇ 'ਚ ਡਸਟ ਪਾਰਟੀਕਲਸ ਨੇ, ਕਾਰਬਨ ਪਾਰਟੀਕਲਸ ਨੇ, ਕਈ ਕੁਛ ਹੈ, ਆਕਸੀਜਨ ਘੱਟ ਜਾਂਦੀ ਹੈ ਡੈਫੀਨਿਟਲੀ, ਧੂੰਆਂ ਤੇ ਸਾਹ ਲੈਣ ਦੇ, ਬਿਲਕੁਲ ਹਵਾ ਦੀ ਕੁਆਲਿਟੀ, ਆਕਸੀਜਨ ਘੱਟ ਹੈ ਤੇ ਉਹ ਹੋਣਾ ਹੀ। ਬਿਲਕੁਲ। ਅਤੇ ਉਸ ਤੋਂ ਬਾਅਦ ਜੀ ਮੇਰੇ ਕੋਲ ਹੁਣ ਇੱਕ ਹੈਗਾ, ਤੁਹਾਨੂੰ ਆਪਾਂ ਇਹਦੇ ਬਾਰੇ ਟੌਪਿਕ ਮੇਰੇ ਸਾਰੇ ਖਤਮ ਹੋ ਗਿਆ ਜੀ। ਓਕੇ। ਅਤੇ ਤੁਸੀਂ ਕੋਈ ਐਸਾ ਪੁਆਇੰਟ ਜਿਹੜਾ ਆਪਦੇ ਕੋਲੋਂ ਐਡ ਕਰਨਾ ਚਾਹੁੰਦੇ ਹੋ ਆਪਾਂ ਨੂੰ? ਮੇਰੇ ਖਿਆਲ ਨੂੰ ਜੇ ਆਪਾਂ ਜਿਹੜੇ ਬੰਦੇ ਜਾਂਦੇ ਨੇ ਕੈਨੇਡਾ ਦੇ ਵਿੱਚ, ਸਾਡੇ ਇੱਥੇ ਪੰਜਾਬ 'ਚ ਇੱਕ ਕਲਚਰ ਦੇਖਿਆ ਜਾਂਦਾ ਹੈ ਕਿ ਲੋਕ ਕੈਨੇਡਾ ਜਾਂਦੇ ਨੇ ਅਤੇ ਉੱਥੇ ਜਾ ਕੇ ਐਕਸਪੈਂਸਿਵ ਗੱਡੀਆਂ ਬਾਏ ਕਰਨੀਆਂ ਨੇ, ਲਾਈਫ ਸਟਾਈਲ ਲੈਵਿਸ਼ ਕਰਨਾ, ਆਪਣਾ ਥੋੜ੍ਹਾ ਜਿਹਾ ਵੱਡਾ ਕਰਨਾ ਹੈ। ਬਿਲਕੁਲ। ਅਤੇ ਇਹ ਕੈਨੇਡਾ ਦੇ ਲਈ ਲੌਂਗ ਟਰਮ ਦੇ ਲਈ ਕਿੰਨਾ ਕੁ ਇਫੈਕਟਿਵ ਹੈ? ਜੇ ਲੋਕੀ, ਕਿਉਂਕਿ ਮੋਸਟਲੀ ਉੱਥੇ ਲੋਕੀ ਮੈਨੂੰ ਲੱਗਦਾ, ਮੈਨੂੰ ਨਹੀਂ ਪਤਾ ਸਾਰੇ ਕਿਵੇਂ ਰਹਿੰਦੇ ਨੇ, ਤੁਸੀਂ ਦੱਸ ਸਕਦੇ ਹੋ ਕਿ ਲੋਕਾਂ ਦਾ ਲਾਈਫ ਸਟਾਈਲ ਇੱਥੇ ਨਾਲੋਂ ਕਾਰਬਨ ਫੁੱਟਪ੍ਰਿੰਟ ਦੀ, ਚਲੋ ਉਹਨੂੰ ਹੋਰ ਸੌਖਾ ਕਰੀਏ ਕਿ ਸਾਡਾ ਇੱਥੇ ਕਾਰਬਨ ਫੁੱਟਪ੍ਰਿੰਟ ਘੱਟ ਹੈ। ਅਸੀਂ ਇੱਥੇ ਕੋਈ ਗੱਡੀ ਚਲਾਉਂਦੇ ਹਾਂ ਜਿਹਦੀ ਪੈਟਰੋਲ ਦੀ ਜਾਂ ਡੀਜ਼ਲ ਦੀ ਐਵਰੇਜ ਜ਼ਿਆਦਾ, ਉੱਥੇ ਜਾ ਕੇ ਸਾਨੂੰ ਟਰੱਕ ਜਾਂ ਹੋਰ ਚੀਜ਼ਾਂ ਜਿਹੜੀਆਂ ਨੇ ਉੱਥੇ ਅਵੇਲੇਬਲ ਸੌਖੀਆਂ ਨੇ ਉਹ ਚਲਾਉਂਦੇ ਹਾਂ। ਅਤੇ ਉਸ ਤੋਂ ਬਾਅਦ ਹੁਣ ਫੋਰੈਸਟ ਫਾਇਰ ਆ ਗਿਆ, ਅਤੇ ਜਿਹੜਾ ਇੰਨਾ ਜ਼ਿਆਦਾ ਜਿਹੜਾ ਉੱਥੇ ਦਾ ਨੈਚੁਰਲ ਰਿਸੋਰਸਿਸ ਦਾ ਯੂਟੀਲਾਈਜੇਸ਼ਨ ਹੋ ਰਿਹਾ, ਇਹ ਤੁਹਾਨੂੰ ਕੀ ਲੱਗਦਾ ਕਿ ਕੈਨੇਡਾ ਕਿੰਨੇ ਕੁ ਸਾਲ ਇਸੇ ਤਰ੍ਹਾਂ ਦੇ ਲਾਈਫ ਸਟਾਈਲ ਨੂੰ ਮੇਨਟੇਨ ਕਰ ਸਕਦਾ? ਅਗਰ ਜੇ ਨਹੀਂ ਕਰਦਾ ਤਾਂ ਕਿੱਥੇ ਕੁ ਜੀ ਜਾ ਕੇ ਇਹਨਾਂ ਨੂੰ ਆਪਦੇ ਆਪ ਨੂੰ ਸਸਟੇਨੇਬਲ ਕਰਨ ਦੀ ਲੋੜ ਪੈਣੀ ਹੈ? ਆਈ ਥਿੰਕ ਇਕੱਲੀ ਆਪਾਂ ਕੈਨੇਡਾ ਦੀ ਗੱਲ ਨਾ ਕਰੀਏ, ਪੂਰੇ ਵਰਲਡ ਦੇ ਵਿੱਚ ਹੀ ਇਹ ਸੀਨ ਚੱਲ ਰਿਹਾ ਅੱਜ ਦੀ ਡੇਟ ਦੇ ਵਿੱਚ ਕਿ ਆਪਾਂ ਕੁਦਰਤ ਤੋਂ ਟੁੱਟ ਕੇ ਮਟੀਰੀਅਲਿਸਟਿਕ ਚੀਜ਼ਾਂ ਵੱਲ ਜਾ ਰਹੇ ਹਾਂ, ਜਿਹਦੇ ਕਰਕੇ ਇੰਪੈਕਟ ਅਲਟੀਮੇਟਲੀ ਕੁਦਰਤ ਦੇ ਉੱਪਰ ਪੈ ਰਿਹਾ। ਕਿਉਂਕਿ ਆਪਾਂ ਨੂੰ ਆਪਣੀ ਡਿਮਾਂਡ ਵਧੀ ਹੋਈ ਹੈ, ਜਿਹਦੇ ਕਰਕੇ ਸਪਲਾਈ ਚਾਹੀਦੀ ਹੈ। ਸਪਲਾਈ ਲਿਮਿਟਡ ਹੈ ਆਲਰੇਡੀ, ਆਪਾਂ ਨੂੰ ਪਤਾ ਕਿ ਆਪਾਂ ਧਰਤੀ ਤੋਂ ਇੰਨਾ ਕੀ ਚੀਜ਼ ਨੂੰ ਗ੍ਰੈਬ ਕਰ ਸਕਦੇ ਹਾਂ, ਅਤੇ ਉਸ ਤੋਂ ਜ਼ਿਆਦਾ ਉਹ ਕਰਾਂਗੇ ਤਾਂ ਜਿਹੜਾ ਹੁਣ ਹੋ ਰਿਹਾ ਕਿ ਆਪਾਂ ਕਹੀਏ ਨੇਚਰ ਦੇ ਨਾਲ ਵਾਰ ਚੱਲ ਰਹੀ ਹੈ, ਉਹ ਇਸੇ ਕਰਕੇ ਹੀ ਹੈ। ਵਾਰ ਆਪਣੀ ਸ਼ੁਰੂ ਕੀਤੀ ਹੈ, ਨੇਚਰ ਦੀ ਨਹੀਂ ਸ਼ੁਰੂ ਕੀਤੀ। ਬਿਲਕੁਲ। ਅਤੇ ਇਸੇ ਨਾਲ ਆਪਾਂ ਸਾਡੇ ਇਸ ਪੋਡਕਾਸਟ ਨੂੰ ਆਈ ਥਿੰਕ ਆਪਾਂ ਪਹਿਲੇ ਪੋਡਕਾਸਟ ਨੂੰ ਇੱਥੇ ਰੋਕਦੇ ਹਾਂ, ਅਤੇ ਸਾਡੀ ਪੋਡਕਾਸਟ 'ਚ ਆਈ ਥਿੰਕ ਸਾਰੇ ਟੌਪਿਕ ਕਵਰ ਹੋ ਗਏ ਨੇ। ਹੁਣ ਅਸੀਂ ਟੌਪਿਕ ਸ਼ੁਰੂ ਕੀਤਾ ਹੈ ਕਿ ਨੇਚਰ ਦੇ ਨਾਲ ਅਸੀਂ ਵਾਰ 'ਤੇ ਹਾਂ, ਕੁਦਰਤੀ ਸੋਮਿਆਂ ਦਾ ਘਾਣ, ਠੀਕ ਹੈ। ਅਗਲਾ ਪੋਡਕਾਸਟ ਸਾਡਾ ਸ਼ਾਇਦ ਇਹਦੇ ਦੁਆਲੇ ਹੋਊਗਾ ਕਿ ਕਿਹੜੇ ਕੁਦਰਤੀ ਸੋਮੇ ਜਿਹੜੇ ਹੈਗੇ, ਰਿਸੋਰਸਿਸ ਹੈਗੇ ਆ, ਜਿਹੜੇ ਅਸੀਂ ਕਿਵੇਂ ਵਰਤ ਰਹੇ ਹਾਂ ਅਤੇ ਕਿਵੇਂ ਵਰਤ ਰਹੇ ਹਾਂ ਜਾਂ ਕਿਵੇਂ ਵਰਤਣ ਦੀ ਲੋੜ ਹੈ। ਮਿਲਦੇ ਹਾਂ ਜੀ ਅਗਲੇ ਪੋਡਕਾਸਟ 'ਚ ਤੁਹਾਨੂੰ
ਨਵੀਂ ਜਾਣਕਾਰੀ ਲੈ ਕੇ ਮਿਲਾਂਗੇ। ਮੈਂ ਤੇ ਯਾਦਵਿੰਦਰ, ਥੈਂਕ ਯੂ ਯਾਦਵਿੰਦਰ, ਧੰਨਵਾਦ ਤੇਰਾ Thank you. ਬਹੁਤ ਬਹੁਤ।